ठीक है। सो संगत जी इजाजत दो कि शुरू कर दईए, उन्हें देर नूं संगत होर आंदी जाएगी क्योंकि टाइम पे हो गया है। कोई बोल ही नहीं रहा। पूनम जी शुरू करिए। हाँ जी हाँ जी हाँ जी भैन जी शुरू कर दियो जी। हाँ एक ओंकार सतनाम करता पुरख निर्भव निर्वैर अकाल मूरत आजुनी सैभं गुर प्रसाद जप आद सच जुगाद सच है भी सच नानक होसी भी सच। सारी संगत नूं वाहिगुरू जी का खालसा वाहिगुरू जी की फतेह। खालसा वाहिगुरू जी की फतेह। हाँ जी, तो उस दिन असी डिस्कस कीता सी ओहदे ते मेरा हले बहुत सारिਆਂ ਦੇ मन ਦੇ ਵਿੱਚ घर जाके बड़े सवाल आए होणगे और ਉਹਦਾ ਪਰਪਸ ਹੀ ਉਸ ਦਿਨ ਦੇ ਡਿਸਕਸ਼ਨ ਦਾ ਸੀ ਕਿ ਮਨ ਵਿੱਚ ਸਵਾਲ ਆਣ। ਕਿਉਂਕਿ ਜਿੰਨਾ ਚਿਰ ਮਨ ਨੂੰ ਅਸੀਂ ਸਵਾਲ ਨਹੀਂ ਦਿੰਦੇ ਤੇ ਮਨ ਉਹਦਾ ਜਵਾਬ ਨਹੀਂ ਢੂੰਡਦਾ। ਮਨ ਤੇ ਮੈਂ ਕੋਈ ਵੱਖਰੇ ਨਹੀਂ। ਮੇਰੀ ਸਾਰੀ ਵਰਕਿੰਗ ਜਿਹੜੀ ਹੈਗੀ ਹੈ, ਮੈਂ ਸਾਰਾ ਜਿਹੜਾ ਕੰਮ ਕਰ ਰਿਹਾ ਵਾਂ ਜੀਵਨ ਦਾ, ਉਹ ਮਨ ਦੇ ਕਹਿ ਤੇ ਕਰ ਰਿਹਾ ਹੈਗਾ। ਮਨ ਹੀ ਮੇਰਾ ਮੈਂ ਮਾਂ ਔਰ ਮੈਂ ਹੀ ਮਨ ਮਾਂ। ਸੋ ਜਿੰਨਾ ਚਿਰ ਅਸੀਂ ਇਹ ਨਾ ਦੇਖੀਏ ਕਿ ਇਹ ਸਾਡੇ ਜਿਹੜੇ ਪ੍ਰੋਬਲਮ ਨੇ ਇਹ ਉੱਥੇ ਦੇ ਉੱਥੇ ਹੀ ਨੇ, ਉਹ ਪ੍ਰੋਬਲਮ ਸੋਲੂਸ਼ਨ ਸਾਡੇ ਕੋਲ ਨਹੀਂ ਆ ਰਹੀ। ਕਿਉਂ ਨਹੀਂ ਆ ਰਹੀ? ਕਈ ਵਾਰੀ ਤੇ ਇਹ ਸਵਾਲ ਆਉਂਦਾ ਹੀ ਨਾ। ਅਸੀਂ ਸੈਟਿਸਫਾਈ ਹੁੰਨੇ ਆ कि असी जो सुन रहे हैं ठीक है, असी जो कर रहे हैं ठीक है और यही है, इस तो अगे नहीं, और कुछ नहीं हो सकता। पर फिर जदों थोड़ी जी खोज करिए तो पता लगता है कि नहीं, जीवन का तो मतलब ही अगे वधना, गुरबाणी का तो मतलब ही सानू अगे लेके जाना। गुरबाणी तो सानू हिंट देंदी है, खोलना असी उन्हों आप है। सो मन जोड़ा है ਉਹਦੇ ਤੇ ਮੇਰਾ ਸਾਰਾ ਜੀਵਨ ਟਿਕਿਆ ਹੋਇਆ। ਆਤਮਾ ਜਿਹੜੀ ਹੈ ਉਹ ਸਿੱਧੀ ਕੰਮ ਨਹੀਂ ਕਰਦੀ। ਸਾਰਾ ਕੰਮ ਜਿਹੜਾ ਹੈ ਉਹ ਮਨ ਦੇ ਇਨਸਟਰੂਮੈਂਟ ਦੇ ਥਰੂ ਹੀ ਹੁੰਦਾ ਹੈ। ਸੋ ਜੇ ਮਨ ਦੇ ਇਨਸਟਰੂਮੈਂਟ ਦੇ ਥਰੂ ਹੀ ਹੁੰਦਾ ਹੈ ਤੇ ਮੇਰੀ ਜਿਹੜੀ ਸਾਰੀ ਪ੍ਰੋਗਰੈਸ ਹੈ, ਮੇਰੀ ਸਾਰੀ ਆਤਮਿਕ ਉન્નਤੀ ਜਿਹੜੀ ਹੈ ਉਹ ਮੇਰੇ ਮਨ ਦੀ ਡਿਵੈਲਪਮੈਂਟ ਤੇ ਹੈ, ਉਹ ਮੇਰੇ ਮਨ ਦੀ ਸਮਝ ਤੇ ਹੈ, ਉਹ ਮੇਰੇ ਮਨ ਦੇ ਅੱਗੇ ਵਧਣ ਤੇ ਹੈ। ਸੋ ਉਹਦੇ ਬਾਰੇ ਫਿਰ ਕਿਉਂਕਿ ਜੀਵਨ ਦਾ ਤੇ ਪਰਪਸ ਹੀ ਹੈ ਨਾ, ਗੁਰਬਾਣੀ ਦਾ ਪਰਪਸ ਹੀ ਹੈ ਸਾਨੂੰ ਅੱਗੇ ਲੈ ਕੇ ਜਾਣਾ। ਸੋ ਹੁਣ ਅਸੀਂ ਇਹ ਦੇਖਾਂਗੇ ਕਿ ਉਸ ਦਿਨ ਜਿਹੜੀਆਂ ਅਸੀਂ ਚੀਜ਼ਾਂ ਕੁਝ ਕਹੀਆਂ ਸੀ ਕਿ ਸਾਡੇ ਜੀਵਨ ਵਿੱਚ ਹੈ ਜਾਂ ਨਹੀਂ, ਕਿ ਉਹਦੇ ਤੋਂ ਕਈ ਵਾਰੀ ਤੇ ਮਨ ਦੇ ਵਿੱਚ ਨਿਰਾਸ਼ਾ ਜੀ ਆ ਜਾਂਦੀ ਹੈ, ਇਹ ਕਿਉਂ ਨਹੀਂ। ਜਿਵੇਂ ਅਸੀਂ ਕੁਝ ਸਵਾਲ ਕੀਤੇ ਸੀ ਕਿ ਮੇਰੇ ਜੀਵਨ ਵਿੱਚ ਜਿਹੜਾ ਦੁੱਖ ਵੇ ਉਹ ਕਿਉਂ ਹੋਵੇ, ਕਿੰਨਾ ਕੁ ਹੋਵੇ, ਮੈਂ ਕਿਸ ਤਰ੍ਹਾਂ ਟ੍ਰੀਟ ਕਰਨਾ ਵਾ, ਮੈਂ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਵਾ, ਪ੍ਰੋਬਲਮ ਨੂੰ ਮੈਨੂੰ ਸੋਲਵ ਕਰਨ ਦੀ ਸ਼ਕਤੀ ਜਿਹੜੀ ਕਿਸ ਤਰ੍ਹਾਂ ਦੀ ਹੈ, ਫਿਰ ਮੈਂ ਨੈਗੇਟਿਵਿਟੀ ਵਿੱਚ ਕਿਉਂ ਜਾਣਾ ਵਾ, ਮੈਂ ਫਿਰ ਉਦਾਸ ਕਿਉਂ ਹੁੰਨਾ ਵਾ, ਐਂਡ ਆਨੰਦ ਵਿੱਚ ਕਿਉਂ ਨਹੀਂ ਆਉਂਦਾ। ਕਿਉਂਕਿ ਮੇਰਾ ਜਿਹੜਾ ਅਸਲੀ ਰੂਪ ਹੈ ਉਹ ਤੇ ਆਨੰਦ ਹੈ ਨਾ, ਤੇ ਮੈਂ ਉਸ ਆਨੰਦ ਵਿੱਚ ਕਿਵੇਂ ਨਹੀਂ ਆਉਂਦਾ।
ਉਹਦਾ ਸਾਨੂੰ ਜਵਾਬ ਨਹੀਂ ਮਿਲਦਾ। ਫਿਰ ਜਦੋਂ ਅਸੀਂ ਖੋਜ ਕਰਨੇ ਆ, ਕਿਉਂਕਿ ਹੈ ਹੀ ਜੀਵਨ ਹੀ ਸਾਰਾ ਖੋਜ ਹੈ, ਪਰ ਗੁਰਬਾਣੀ ਸਾਰੀ ਖੋਜ ਵਾਸਤੇ ਸਾਨੂੰ ਪ੍ਰੇਰਨਾ ਕਰਦੀ ਹੈ। ਉਹ ਕਹਿੰਦੀ ਹੈ ਵੀ ਜਿਨ ਖੋਜਾ ਤਿਨ ਪਾਇਆ। ਹੁਣ ਜੇ ਮਨ ਨੂੰ ਕਹਿ ਦਿਓ ਨਾ ਜਿਨ ਖੋਜਾ ਤਿਨ ਪਾਇਆ, ਮਨ ਨੂੰ ਕੋਈ ਪਤਾ ਨਹੀਂ ਕਿ ਕਿਸ ਤਰ੍ਹਾਂ ਖੋਜਣਾ। ਮਨ ਨੂੰ ਉਹ ਨੌਲੇਜ ਦੇਣਾ ਪੈਗਾ ਕਿ ਇਸ ਤਰ੍ਹਾਂ ਖੋਜਣਾ। ਅੱਗੋਂ ਮਨ ਨੂੰ ਸਵਾਲ ਕੀਤਾ, ਜਿਨ ਖੋਜਾ ਤਿਨ ਪਾਇਆ, ਗਹਿਰੇ ਪਾਣੀ ਪੈ। ਹੁਣ ਮਨ ਕਹੇਗਾ ਗਹਿਰੇ ਪਾਣੀ ਦਾ ਕੀ ਮਤਲਬ ਹੈ? So we have to give further knowledge to the mind that this is ਗਹਿਰੇ ਪਾਣੀ। So ਹੁਣ ਅਸੀਂ ਅੱਜ ਮਨ ਦੀ ਵਰਕਿੰਗ ਨੂੰ ਥੋੜਾ ਸਮਝਨੇ ਆ, ਔਰ ਇਹਦੇ ਵਿੱਚ ਮਨ ਦੀ ਵਰਕਿੰਗ ਵੀ ਹੈ, ਉਹਦੀ ਸੋਲੂਸ਼ਨ ਵੀ ਹੈ। ਐਂਡ ਇਹ ਇੱਕ ਬੜੀ ਮੈਨੂੰ ਬੜੀ ਐਪਰੋਪ੍ਰੀਏਟ ਔਰ ਬੜੀ ਟਰੂ ਐਗਜ਼ਾਮਪਲ ਮਿਲੀ ਹੈ ਰਾਮਾਇਣ ਤੋਂ। ਹੁਣ ਰਾਮਾਇਣ ਜਿਹੜੀ ਹੈ ਉਹਦੇ ਵਿੱਚ ਕਹਾਣੀ ਦੇ ਵਿੱਚ ਤੇ ਨਹੀਂ ਆਉਂਦਾ, ਇਹ ਫਿਲਾਸਫੀ ਵਿੱਚ ਆਉਂਦਾ, ਜਿਨ੍ਹਾਂ ਨੇ ਉਹਦੀ ਫਿਲਾਸਫੀ ਨੂੰ ਟਰਾਂਸਲੇਟ ਕੀਤਾ। ਹੁਣ ਇੱਕ ਆਮ ਆਦਮੀ ਜਿਹੜਾ ਹੈ, ਜਿਸ ਤਰ੍ਹਾਂ ਅਸੀਂ ਪਾਠ ਕਰ ਲੈਂਦੇ ਹਾਂ ਸੈਟਿਸਫਾਈਡ, ਆਮ ਆਦਮੀ ਤੇ ਰਾਮਾਇਣ ਪੜ੍ਹ ਲੈਂਦਾ, ਰਾਮ ਰਾਮ ਕਰ ਲਿਆ, ਰਾਮ ਦੀ ਪੂਜਾ ਕਰ ਲਈ, ਔਰ ਜੋ ਕਹਾਣੀਆਂ ਨੇ ਉਹਨੂੰ ਮੱਥਾ ਟੇਕ ਦਿੱਤਾ। ਲੇਕਿਨ ਇੱਕ ਜਿਹੜਾ ਇਨਸਾਨ ਅੱਗੇ ਵਧਣਾ ਚਾਹੁੰਦਾ ਹੈ, ਐਵੋਲੂਸ਼ਨ, ਕਿਉਂਕਿ ਲਾਈਫ ਤੇ ਐਵੋਲੂਸ਼ਨ, ਅੱਗੇ ਵਧਣਾ, ਉਹ ਆਤਮਿਕ ਉન્નਤੀ ਚਾਹੁੰਦਾ। ਉਹ ਕਹਿੰਦਾ ਕਿ ਬਈ ਇਸ ਕਹਾਣੀ ਦਾ ਮਤਲਬ ਕੀ ਹੈ, ਇਹ ਮੈਨੂੰ ਕੀ ਸਿਖਾ ਰਹੀ ਹੈ। ਸੋ ਜਿਹਨੇ ਉਹਦੀ ਫਿਲਾਸਫੀ ਬਣਾਈ ਹੈ, ਜਿਸ ਤਰ੍ਹਾਂ ਅਸੀਂ ਫਰਜ਼ ਕਰੋ ਗੁਰਦੁਆਰੇ ਮੰਦਿਰ ਜਾਂਦੇ ਹਾਂ ਔਰ ਉੱਥੇ ਜਾ ਕੇ ਮੱਥਾ ਟੇਕਨੇ ਆ, ਚਲੋ ਬਾਣੀ ਵੀ ਸੁਣੇ, ਵੀ ਆਰ ਸੈਟਿਸਫਾਈਡ। ਉਸ ਤੋਂ ਅੱਗੇ ਸਵਾਲ ਨਹੀਂ ਆਉਂਦਾ ਕਿ ਅੱਗੇ ਕਿਵੇਂ ਜਾਣਾ ਹੈਗਾ। ਹੁਣ ਕਈ ਵਾਰੀ ਤੇ ਹੀ ਨਹੀਂ ਪਤਾ ਹੁੰਦਾ ਕਿ ਹੋਰ ਅੱਗੇ ਵੀ ਹੈ, ਔਰ ਕਈ ਵਾਰੀ ਪਤਾ ਵੀ ਹੁੰਦਾ ਅੱਗੇ ਵੀ ਹੈ, ਪਰ ਇਹ ਸਮਝ ਨਹੀਂ ਆਉਂਦੀ ਕਿ ਅੱਗੇ ਜਾਣਾ ਕਿਸ ਤਰ੍ਹਾਂ। ਸੋ ਇਹ ਉਹਨਾਂ ਨੇ ਉਸ ਰਾਮਾਇਣ ਦੀ ਫਿਲਾਸਫੀ ਨੂੰ ਇੱਕ ਮੀਨਿੰਗ ਵਿੱਚ ਤਬਦੀਲ ਕਰਕੇ ਸਾਡੇ ਵਰਗੇ ਲੋਕਾਂ ਨੂੰ, ਹਰ ਇੱਕ ਇਨਸਾਨ ਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਇਸ ਤਰੀਕੇ ਨਾਲ ਮਨ ਕੰਮ ਕਰਦਾ, ਇਸ ਤਰੀਕੇ ਨਾਲ ਆਤਮਿਕ ਉન્નਤੀ ਹੁੰਦੀ ਹੈ, ਇਸ ਤਰੀਕੇ ਨਾਲ ਮਨ ਨੂੰ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋ ਉਹ ਕੀ ਸੋਰਸਿਸ ਹੈਗੇ ਨੇ, ਮਿਸਾਲਾਂ ਸਾਰੀਆਂ ਉਹਨਾਂ ਨੇ ਰਾਮਾਇਣ ਦੇ ਜਿਹੜੇ ਪਾਤਰ ਨੇ ਉਹਨਾਂ ਦੀਆਂ ਦਿੱਤੀਆਂ ਨੇ। ਹੁਣ ਸਭ ਤੋਂ ਪਹਿਲਾਂ ਤੇ ਰਾਮ ਆਂਦਾ। ਰਾਮ ਦਾ ਮਤਲਬ ਰਾ ਮੀਨਸ ਲਾਈਟ ਐਂਡ ਮਾਂ ਮੀਨਸ ਵਿਦਿਨ। ਮੇਰੇ ਅੰਦਰ ਜਿਹੜੀ ਲਾਈਟ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਜੋਤ, ਕਿ ਮੈਂ ਜੋਤ ਹਾਂ, ਮੈਂ ਪ੍ਰਕਾਸ਼ ਹਾਂ। ਤੋ ਉਹਦਾ ਮਤਲਬ ਉਹਨਾਂ ਨੇ ਉਹਨੂੰ ਮਤਲਬ ਰਾਮ ਜਿਹੜਾ ਪਾਤਰ ਬਣਾਇਆ। ਅੱਗੇ ਵੇ ਸੀਤਾ। ਸੀਤਾ ਕੀ ਹੈ? ਸੀਤਾ ਮਨ में, ਮਾइंड में। ਸੋ ਪਹਿਲਾਂ ਅਜੇ ਮੈਂ ਸਾਰਾ ਡਿਸਕਸ ਨਹੀਂ ਕਰਾਂਗੀ, ਅਜੇ ਐਕਟਰ ਅਸੀਂ ਲੈ ਲੈਣਾ ਜਿਹੜੇ ਵਿੱਚ ਨੇ, ਬਾਅਦ ਵਿੱਚ ਅਸੀਂ ਡਿਸਕਸ ਕਰਾਂਗੇ। ਸੋ ਦਸ਼ਰਥ ਮਤਲਬ ਜਿਹੜਾ ਕਿ ਰਾਮ ਦਾ ਪਿਤਾ ਹੈ। ਦਸ਼ਰਥ ਨੂੰ ਉਹਨਾਂ ਨੇ ਮਤਲਬ ਦਿੱਤਾ 10 ਰਥ। ਸੋ ਕਿਹੜੇ ਨੇ 10 ਰਥ? ਵਿਚ ਇਜ਼ ਵੈਰੀ ਇੰਪੋਰਟੈਂਟ, ਵਿਚ ਆ ਮੇਨ ਇਨਸਟਰੂਮੈਂਟ ਜਿਹੜੇ ਕਿ ਸਾਡੀ ਪ੍ਰੋਗਰੈਸ ਦੇ ਨੇ। ਉਹ ਨੇ ਸਾਡੀਆਂ 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ। ਗਿਆਨ ਇੰਦਰੀਆਂ ਤੁਹਾਨੂੰ ਪਤਾ, ਕਰਮ ਇੰਦਰੀਆਂ ਦਾ ਵੀ ਪਤਾ। ਆਈ ਥਿੰਕ ਆਈ ਨੀਡ ਨਾਟ ਐਕਸਪਲੇਨ। ਸੋ ਹੁਣ ਕੀ ਹੈ ਕਿ ਜਿਹੜੀ ਜਨਮ ਦਿੰਦੀ ਹੈ ਰਾਮ ਨੂੰ ਕੁਸ਼ਲਿਆ, ਉਹ ਵੇ skillful mind, a developed mind, an intelligent mind, a progressive mind। ਹੁਣ ਕੀ ਹੁੰਦਾ ਹੈ ਕਿ ਜਿਹੜਾ ਸੀਤਾ ਹੈ ਉਹ ਇੱਕ ਆਰਡੀਨਰੀ ਮਾਈਂਡ ਹੈ। ਜਿਹੜਾ ਆਰਡੀਨਰੀ ਮਾਈਂਡ ਹੈ ਉਹਨੂੰ ਈਗੋ ਜਿਹੜੀ ਹੈ ਉਹ ਆਪਣੇ ਪਿੱਛੇ ਲਗਾ ਲੈਂਦੀ ਹੈ, ਉਹਨੂੰ ਚੁਰਾ ਕੇ ਲੈ ਜਾਂਦੀ। ਉਹਨੂੰ ਉਹਨਾਂ ਈਗੋ ਨੂੰ ਨਾਂ ਦਿੱਤਾ ਰਾਵਣ ਦਾ। ਰਾਵਣ ਸੀਤਾ ਨੂੰ ਚੁਰਾ ਕੇ ਲੈ ਜਾਂਦਾ। ਮਤਲਬ ਹੈ ਜਿਹੜੀ ਈਗੋ ਹੈ ਉਹਨੇ ਮਨ ਨੂੰ ਆਪਣੇ ਪਿੱਛੇ ਲਗਾ ਲਿਆ। ਹੁਣ ਕੀ ਹੈ ਕਿ ਜਦੋਂ ਉਹਨੇ ਆਪਣੇ ਮਨ ਨੂੰ ਆਪਣੇ ਪਿੱਛੇ ਲਗਾ ਲਿਆ ਹੈ, ਤੇ ਕਿਉਂਕਿ ਆਤਮਾ ਜਿਹੜੀ ਹੈ, ਜਿਹੜੀ ਲਾਈਟ ਹੈ ਮੇਰੇ ਅੰਦਰ, ਉਹ ਤੇ ਪਿਓਰ ਹੈ,
ਉਹਦੇ ਵਿੱਚ ਕੋਈ ਬਣਾਵਟ ਹੈ ਨਹੀਂ, ਉਹ ਰੈਸਟਲੈਸ ਹੋ ਜਾਂਦੀ ਹੈ, ਉਹ ਬੜੀ ਅਨਈਜ਼ੀ ਹੋ ਜਾਂਦੀ ਹੈ ਕਿ ਜਿਸ ਇੰਸਟਰੂਮੈਂਟ ਨਾਲ ਮੈਂ ਕੰਮ ਕਰਨਾ ਮਨ ਨਾਲ, ਉਹ ਤੇ ਈਗੋ ਦੇ ਵਾਸਤੇ ਚਲਾ ਗਿਆ। ਹੁਣ ਉਹ ਕੀ ਕਰਦੀ ਹੈ ਕਿ ਉਹ ਕਹਿੰਦੀ ਹੈ ਕਿ ਹੁਣ ਮੈਂ ਕੀ ਕਰਨਾ। ਹੁਣ ਉਹ ਕਹਿੰਦੀ ਹੈ ਕਿ ਇਹ ਦੇਖੋ, ਇਹ ਤੇ ਬੜਾ ਪੁਆਇੰਟ ਜ਼ਰੂਰੀ ਸਮਝਣ ਵਾਲਾ ਹੈ ਆਲ ਆਫ ਅਸ, ਕਿ ਆਤਮਾ ਕਹਿੰਦੀ ਹੈ ਕਿ ਮੈਂ ਸਿੱਧੀ ਮਨ ਤੱਕ ਨਹੀਂ ਜਾ ਸਕਦੀ। ਆਤਮਾ ਦਾ ਇੰਸਟਰੂਮੈਂਟ ਹੈ, ਪਰ ਇੰਸਟਰੂਮੈਂਟ ਦੇ ਤੱਕ ਪਹੁੰਚਣ ਤੱਕ ਉਹਦੇ ਵਿੱਚ ਕੁਝ ਹੋਰ ਇੰਸਟਰੂਮੈਂਟ ਨੇ ਜਿਹਦੇ ਥਰੂ ਗੁਜ਼ਰਨਾ ਪੈਂਦਾ ਹੈ। ਸੋ ਉਹਦੇ ਵਿੱਚ ਫਿਰ ਆਤਮਾ ਜਿਹੜੀ ਹੈ, ਜਿਹੜੀ ਰਾਮ ਹੈ, ਜਿਹੜਾ ਮਤਲਬ ਸੋਲ ਹੈਗੀ ਹੈ, ਜਿਹੜਾ ਕਿ ਲਾਈਟ ਹੈ, ਉਹਨੂੰ ਫਿਰ ਸੋਚਣਾ ਪੈਂਦਾ ਹੈ ਕਿ ਮਨ ਤੱਕ ਮੈਂ ਕਿਵੇਂ ਪਹੁੰਚਣਾ। ਸੋ ਇਹਦੇ ਵਿੱਚ ਹਨੂਮਾਨ ਨੂੰ ਕਿਹਾ ਹੈ ਬ੍ਰੈਥ, ਜਿਹਨੂੰ ਅਸੀਂ ਕਹਿੰਦੇ ਹਾਂ ਮਤਲਬ ਪ੍ਰਾਣਾ। ਪ੍ਰਾਣਾ ਜਿਹੜਾ ਹੈ ਐਂਡ ਉਹਦੇ ਥਰੂ, ਐਂਡ ਲਕਸ਼ਮਣ ਨੂੰ ਉਹਨੇ ਕਿਹਾ ਹੈ ਅਵੇਅਰਨੈਸ। ਪ੍ਰਾਣਾ ਨੂੰ ਅਵੇਅਰਨੈਸ ਨਾਲ ਜੋੜ ਕੇ ਮਨ ਜਿਹੜਾ, ਮੈਂ ਆਤਮਾ ਜਿਹੜੀ ਉਹ ਮਨ ਤੱਕ ਪਹੁੰਚਦੀ ਹੈ। ਲਿਟਲ ਬਿਟ complicated, but ਇਹਦੀ ਅੰਡਰਸਟੈਂਡਿੰਗ ਜਿਹੜੀ ਹੈ ਨਾ, ਇਟ ਵਿਲ ਟੇਕ ਅਸ ਵੈਰੀ ਡੀਪ, ਕਿਉਂਕਿ ਇਹ ਸਾਡੀ ਵਰਕਿੰਗ ਇਹਦੇ ਤੇ ਸਾਰੀ। ਮੈਂ ਇੱਥੋਂ ਤੱਕ ਐਕਸਪਲੇਨ ਕਰਾਂਗੀ, ਇਹਦੇ ਵਿੱਚ ਜਿਹੜੇ ਤੁਹਾਡੇ ਸਵਾਲ ਆ ਨਾ ਉਹ ਜ਼ਰੂਰ ਕਰਨੇ। ਸੋ should I repeat it ਆਂਟੀ again? ਕਮੈਂਟ ਰਿਪੀਟ ਕਰਿਓ ਦੁਬਾਰਾ ਤੋਂ, ਇਹ ਵਾਲੀ ਲਾਈਨ ਜਿਹੜੀ ਤੁਸੀਂ ਪਹਿਲਾਂ ਕਹੀ ਹੈ। नहीं, मैं सारे रिपीट करूंगी। It's quite complicated. ना सीधा नहीं आएगा। सो जदों ये मतलब जेड़ा स्किलफुल माइंड है, हुण मन जेड़ा है प्राणा दे अवेयरनेस दे नाल मन जेड़ा है वो स्किलफुल हो गया, मन जेड़ा इंटेलिजेंट हो गया, मन जेड़ा प्योर हो गया। हुण जदों मन प्योर हो गया है ते ये वे अयोध्या की है। अयोध्या जिथे जेरे नो युद्ध। हुण साडे अंदर जदों के मन जेड़ा है वो प्राणा दे नाल, विवेक बुद्धि दे नाल, अवेयरनेस दे नाल इनलाइटेड हो गया है, ते हुण अंदर कोई कॉन्फ्लिक्ट नहीं, कोई युद्ध नहीं। मन जेड़ा हुण शांत हो गया, समझन लग पिया, गुरबाणी नूं समझ के उन्होंने अपने जीवन विच लगाना शुरू करता, अगों सोचना लग गया कि मैं अगों की करना है, क्योंकि हुण उन्होंने ये पता लग गया है कि मैं जिस रस्ते ते बड़ा प्रोग्रेसिव रस्ता है और इहदे ते मैनूं गहराई नाल सोचना। सो हुण असीं इहनूं थोड़ा खोलने आ। सो सानूं ये पता है कि साडे अंदर असीं कहने आ कि अगे मैं तुहानूं एक बार कहा सी कि असीं कुदरत हां। ये सानूं अपने मन में बिल्कुल ठान लेना चाहिए कि असीं कुदरत हां, कि अव्वल अल्लाह नूर पाया, कुदरत के सब बंदे, एक नूर ते सब जग उपजया, कौन भले कौन मंदे। भले एनीथिंग जो भी कुछ क्रिएटेड है ये सब कुदरत है। सो हुण जेड़ी अंदर जोत वे, जेड़ा प्रकाश है परमात्मा दा, ओदी वर्किंग सारी जेड़ी है ये मन दे थ्रू है। दो मतलब जेड़े सारे ये भावें कट्ठे ने, मन बुद्ध चित्त अहंकार सारे कट्ठे ने, पर इन द एंड जेड़ा सारा असर है वो मन पे आंदा। तुसीं देखिया कि असीं कहने ना मेरा मन नहीं लग रहा, मेरा मन सोचा में जा रहा, मतलब सारा कुछ मन दे थ्रू हुंदा। सो सारा कुछ मन दे थ्रू ही हुंदा है। ते जे मन जेड़ा है वो इग्नोरेंट होवे, वो कहंदे ने कि
maturity depends on learning and learning depends on maturity. ਜਿੰਨਾ ਜਿੰਨਾ ਅਸੀਂ ਜ਼ਿਆਦਾ ਲਰਨ ਕਰਨੇ ਆ, ਜਿੰਨਾ ਅਸੀਂ ਜ਼ਿਆਦਾ ਮਤਲਬ ਸਾਨੂੰ ਗਿਆਨ ਹੁੰਦਾ ਹੈ, ਓਨੀ ਸਾਨੂੰ ਕਲੈਰਿਟੀ ਆਉਂਦੀ। ਜਿੰਨੀ ਕਲੈਰਿਟੀ ਆਉਂਦੀ ਹੈ ਉਹਦੇ ਨਾਲ ਸਾਡੀ ਆਤਮਿਕ ਉન્નਤੀ ਹੁੰਦੀ ਹੈ। ਜਿੰਨੀ ਆਤਮਿਕ ਉન્નਤੀ ਹੁੰਦੀ ਹੈ ਉਹ ਸਾਡੇ ਜੀਵਨ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ, ਉਹ ਸਾਡਾ ਜੀਵਨ ਜਿਹੜਾ ਬੜਾ ਸੁਖੀ ਹੋ ਜਾਂਦਾ। ਸੋ ਹੁਣ ਜਿਹੜਾ ਮਨ ਜਿਹੜਾ ਹੈ ਮੇਨਲੀ ਇਹ ਹੈ ਕਿ ਸ਼ਾਰਪਨ ਦਾ ਜਿਹੜਾ ਮਾਈਂਡ ਦਾ ਇੰਸਟਰੂਮੈਂਟ ਹੈ ਉਹਨੂੰ ਸ਼ਾਰਪਨ ਕਰਨਾ, ਔਰ ਉਹਦੇ ਵਾਸਤੇ ਉਹਨੂੰ ਕਿਸ ਤਰ੍ਹਾਂ ਦਾ ਗਿਆਨ ਚਾਹੀਦਾ, ਉਹ ਗਿਆਨ ਜਿਹੜਾ ਮਨ ਨੂੰ ਜਿਹੜਾ ਦੇਣਾ। ਸੋ 10 ਰਥ, ਹੁਣ ਇਹ ਵੇ ਕਿ 10 ਰਥ ਜਿਹੜਾ 10 ਰਥ ਕੀ ਨੇ? ਮਨ ਦੀ ਜਿਹੜੀ ਬਹੁਤ ਸਾਰੀ ਉન્નਤੀ ਹੈ, ਸਾਰੀ ਉન્નਤੀ ਗਿਆਨ ਇੰਦਰੀਆਂ ਤੇ। ਜਿੱਧਰ ਗਿਆਨ ਇੰਦਰੀਆਂ ਜਾਂਦੀਆਂ ਨੇ ਉਧਰ ਹੀ ਕਰਮ ਇੰਦਰੀਆਂ ਜਾਂਦੀਆਂ। ਫਸਟ ਕੋ ਮੈਂ ਗੁਰਦੁਆਰੇ ਜਾਣਾ, ਮੇਰੀਆਂ ਗਿਆਨ ਇੰਦਰੀਆਂ ਨੇ ਚਾਹਿਆ, ਹੁਣ ਮੇਰੀਆਂ ਕਰਮ ਇੰਦਰੀਆਂ ਤੇ ਮੇਰੀਆਂ ਲੱਤਾਂ ਉਧਰ ਟੁਰ ਪੈਣੀਆਂ। ਹੁਣ ਮੇਰੀਆਂ ਗਿਆਨ ਇੰਦਰੀਆਂ ਨੇ ਚਾਹਿਆ ਨਹੀਂ, ਮੈਂ ਤੇ ਆਪਣਾ ਜਾਣਾ ਬਾਹਰ, ਖਾਣਾ ਖਾਣ ਜਾਣਾ, ਕਿਸੇ ਨੂੰ ਮਿਲ ਜਾਣਾ, ਠੀਕ ਹੈ, ਤੇ ਕਰਮ ਇੰਦਰੀਆਂ ਉਧਰ ਹੀ ਚੱਲ ਪੈਣੀਆਂ। ਹੁਣ ਸਾਰੀ ਸਾਡੀ ਜਿਹੜੀ ਉન્નਤੀ ਹੈ ਉਹ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੇ। ਸੋ ਹੁਣ ਅਸੀਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਜਿਹੜੀਆਂ ਨੇ, ਜਦੋਂ ਸਾਨੂੰ ਗਿਆਨ ਹੋ ਜਾਂਦਾ ਹੈ, ਉਹ ਗਿਆਨ ਇੰਦਰੀਆਂ ਜਿਹੜੀਆਂ ਪਹਿਲਾਂ ਕੇ ਬਾਹਰ ਦੌੜਦੀਆਂ ਸੀ ਉਹ ਫਿਰ ਅੰਦਰ ਜਾਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅੰਦਰ ਜਾਣ ਦਾ ਲਾਭ ਕੀ ਹੈ। ਅੰਦਰ ਜਾਣ ਨਾਲ ਤੇ ਮੇਰੇ ਤੇ ਜੀਵਨ ਹੀ ਬੜਾ ਸੁਖਾਲਾ ਹੋ ਜਾਏਗਾ। ਸੋ ਫਿਰ ਗਿਆਨ ਇੰਦਰੀਆਂ ਜਿਹੜੀਆਂ ਜਦੋਂ ਅੰਦਰ ਜਾਂਦੀਆਂ ਨੇ ਤੇ ਕਰਮ ਇੰਦਰੀਆਂ ਉਹਦੇ ਪਿੱਛੇ ਆ ਜਾਂਦੀਆਂ। ਮੈਂ ਤੁਹਾਨੂੰ ਅੱਗੇ ਇੱਕ ਵਾਰੀ ਸਮਝਾਇਆ ਸੀ ਕਿ ਇੱਕ ਪਾਸੇ ਮਨ ਹੈ ਤੇ ਇੱਕ ਪਾਸੇ ਆਤਮਾ ਹੈ, ਇੱਕ ਪਾਸੇ ਸਰੀਰ, ਇੱਕ ਪਾਸੇ ਆਤਮਾ ਹੈ, ਮਨ ਵਿਚਕਾਰ ਹੈ। ਹੁਣ ਮਨ ਕਿਸ ਪਾਸੇ ਜਾਂਦਾ ਹੈ? ਮਨ ਜਦੋਂ ਤੇ ਸਰੀਰ ਵੱਲ ਜਾਏਗਾ, ਦੁਨੀਆ ਵੱਲ ਜਾਏਗਾ ਤੇ ਬਾਹਰ ਜਾਏਗਾ, ਦੂਸਰੇ ਪਾਸੇ ਜਾਏਗਾ, ਆਤਮਾ ਵੱਲ ਜਾਏਗਾ ਤੇ ਅੰਦਰ ਜਾਏਗਾ। ਸੋ ਗਿਆਨ ਇੰਦਰੀਆਂ ਜਿਹੜੀਆਂ ਨਾ ਫੀਡ ਕਰਦੀਆਂ ਨੇ ਮਨ ਨੂੰ। ਸੋ ਗਿਆਨ ਇੰਦਰੀਆਂ ਦੇ ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਸੁਣਨੇ ਹਾਂ, ਜੋ ਅਸੀਂ ਬੋਲਨੇ ਹਾਂ, ਇਹ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਤੇ ਬਹੁਤ ਜ਼ਿਆਦਾ ਅਸਰ ਕਰਦਾ। ਮਨ ਉਸ ਤਰ੍ਹਾਂ ਫਿਰ ਟ੍ਰੇਨਡ ਹੁੰਦਾ। ਹੁਣ ਇਹ ਹੈ ਕਿ ਮਨ ਜਦੋਂ ਟ੍ਰੇਨਡ ਹੋਏ, ਪਹਿਲਾਂ ਜਿਹੜਾ ਆਰਡੀਨਰੀ ਮਾਈਂਡ ਹੈ ਉਹਨੂੰ ਤੇ ਈਗੋ ਆਪਣੇ ਪਿੱਛੇ ਲਗਾ ਲੈਂਦੀ, ਉਦੋਂ ਬੁੱਧੀ ਉਹਦੇ ਪਿੱਛੇ ਹੁੰਦੀ ਹੈ। ਮਨ ਜੋ ਚਾਹੁੰਦਾ ਹੈ ਬੁੱਧੀ ਉਹਨੂੰ ਹਾਂ ਕਰਦੀ। ਹੁਣ ਜਦੋਂ ਮਨ ਜਿਹੜਾ ਹੈ ਉਹਨੂੰ ਪਤਾ ਲੱਗ ਗਿਆ ਕਿ ਕੀ ਠੀਕ ਹੈ, ਹੁਣ ਕੀ ਹੈ, ਕਿ ਜਿਹੜੀ ਬੁੱਧੀ ਹੈ ਉਹ ਉਹਦੇ ਪਿੱਛੇ ਲੱਗ ਜਾਂਦੀ ਹੈ। ਹੁਣ ਜਦੋਂ ਬੁੱਧੀ ਉਹਦੇ ਪਿੱਛੇ ਲੱਗ ਜਾਂਦੀ ਹੈ ਤੇ ਮਨ ਜਿਹੜਾ ਹੈਗਾ ਵੇ ਹੁਣ ਬੁੱਧੀ ਦੇ ਪਿੱਛੇ ਲੱਗ ਕੇ ਵਿਵੇਕ ਬੁੱਧੀ ਉਹਦੀ ਬਣ ਜਾਂਦੀ। ਸੋ ਹੁਣ ਜਿਹੜਾ ਮੇਨ ਹੈ ਐਕਸਪਲੇਨੇਸ਼ਨ ਉਹ ਵੇ ਕਿ ਪ੍ਰਾਣਾ ਐਂਡ ਅਵੇਅਰਨੈਸ। ਸੋ ਇਹਨਾਂ ਨੇ ਤੇ ਸਾਰਾ ਜਿਹੜਾ ਦਾਰੋ ਮਦਾਰ ਉਹ ਸਾਰਾ ਇਹ ਪ੍ਰਾਣਾ ਤੇ ਦੇ ਦਿੱਤਾ ਹੈਗਾ। ਕਿਉਂਕਿ ਤਾਈਆਂ ਤੇ ਉਹਨੂੰ ਕਹੇ ਨਾ ਪਵਨ ਗੁਰੂ ਪਾਣੀ ਕਿਤਾਬ। ਕਿਉਂ ਪਵਨ ਗੁਰੂ ਕਿਹਾ ਹੈ? ਕਿਉਂਕਿ ਪ੍ਰਾਣਾ ਇਜ਼ ਪਵਨ। ਸੋ ਪ੍ਰਾਣਾ ਦੇ ਸ਼ਕਤੀ ਦੇ ਨਾਲ ਜਿਹੜੀ ਹੈ, ਹੁਣ ਮੈਂ ਤੁਹਾਨੂੰ ਅੱਗੋਂ ਫਿਰ ਫਰਦਰ ਐਕਸਪਲੇਨ ਕਰਨੀ। ਸੋ ਇੱਥੋਂ ਤੱਕ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਦੱਸੋ। ਕੁਆਇਟ ਕੰਪਲੀਕੇਟਡ ਹੈ, ਸਵਾਲ ਤੇ ਆਉਣੇ ਚਾਹੀਦੇ ਨੇ, ਐਸੀ ਗੱਲ, ਸਵਾਲ ਹੋਣੇ ਚਾਹੀਦੇ ਨੇ। ਇੱਥੋਂ ਤੱਕ ਤੇ ਤੁਸੀਂ ਦੱਸੋ, ਨਹੀਂ ਤੇ ਫਿਰ ਮੈਂ ਅੱਗੇ ਚੱਲਾਂ। ਆਂਟੀ ਤੁਸੀਂ ਜਿਹੜਾ ਕਿਹਾ ਨਾ ਤੇ ਈਗੋ ਮਨ ਦੇ ਪਿੱਛੇ ਚੱਲਦੀ ਹੈ ਤੇ ਫਿਰ ਤੇ ਫਿਰ ਆਤਮਾ ਉਹ ਜਦੋਂ ਰੈਸਟਲੈਸ ਹੋ ਜਾਂਦੀ ਹੈ। what does that mean? ਉਹਦਾ ਮਤਲਬ ਕਿ ਜਦੋਂ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੇ ਪਿੱਛੇ ਲੱਗਦੇ ਹਾਂ, ਆਊਟਵਰਡ ਦੁਨੀਆ ਵਿੱਚ ਜਾਂਦੇ ਹਾਂ, ਜੋ ਕਿ ਸਾਡੀ ਆਮ ਨੇਚਰ ਹੈਗੀ। ਆਰਡੀਨਰੀ ਨੇਚਰ ਕੀ ਹੈ? ਅੱਛਾ ਖਾਣਾ ਸਵਾਦ ਆਉਂਦਾ ਹੈ, ਬੱਚਾ ਅੱਛਾ ਦੇਖਣਾ ਅੱਛਾ ਲੱਗਦਾ ਹੈਗਾ ਵੇ, ਅੱਛਾ ਪਹਿਨਣਾ ਅੱਛਾ ਲੱਗਦਾ ਹੈ। ਤਾਂ ਮਤਲਬ ਜ਼ਿੰਦਗੀ ਦੀ ਜਿਹੜੀ ਸਾਡੀ ਆਮ ਲਾਈਫ ਚੱਲਦੀ ਹੈ, ਮਕੈਨੀਕਲ ਲਾਈਫ, ਜਿਹਦੇ ਵਿੱਚ
ਮਤਲਬ ਇੱਕ ਆਰਡੀਨਰੀ ਲਾਈਫ ਹੁੰਦੀ ਹੈ, ਉਹਦੇ ਵਿੱਚ ਕੋਈ ਇੰਟੈਲੀਜੈਂਸ ਨਹੀਂ ਹੁੰਦਾ, ਉਹਦੇ ਵਿੱਚ ਨਾ ਕੋਈ ਆਤਮਿਕ ਪ੍ਰੋਗਰੈਸ ਹੁੰਦੀ। ਉਹ ਕੀ ਹੈ? ਉਹ ਹੈਗੀ ਹੈ ਲਾਈਫ ਆਫ ਇਗਨੋਰੈਂਸ ਐਂਡ ਲਾਈਫ ਆਫ ਈਗੋ। ਉਹਦੇ ਵਿੱਚ ਕੀ ਹੈ? ਮੈਂ ਬੜੀ ਪ੍ਰਧਾਨ ਹੁੰਦੀ ਹੈ, ਮੇਰਾ ਘਰ, ਮੇਰੀ ਇੱਜ਼ਤ, ਮੇਰੇ ਬੱਚੇ, ਮੇਰਾ ਇਹ ਮੇਰਾ। ਹੁਣ ਈਗੋ ਜਿਹੜੀ ਹੈ ਉਹਨੇ ਮਨ ਨੂੰ ਪਿੱਛੇ ਲਗਾਇਆ। ਮੇਰਾ ਸਾਰਾ ਜਿਹੜਾ ਦੁਨਿਆਵੀ ਜਿਹੜੀ ਦੁਨੀਆ ਹੈਗੀ ਹੈ ਉਹਦੇ ਵਿੱਚ ਮਨ ਪੂਰਾ ਉਹਦੇ ਵਿੱਚ, ਔਰ ਉਹਦੇ ਤੋਂ ਬਾਹਰੋਂ ਨਿਕਲਣਾ ਨਹੀਂ ਚਾਹਦਾ। ਉਹਨੂੰ ਇਹ ਵੀ ਪਤਾ ਹੈ ਕਿ ਬਈ ਇੱਕ ਜ਼ਿੰਦਗੀ ਜਿਹੜੀ ਕੀ ਹੈ ਇਹ ਆਪਣਾ ਟੈਂਪਰੇਰੀ ਹੈ, ਐਂਡ ਕੀ ਹੈ, ਪਰ ਫਿਰ ਵੀ ਕਿਉਂਕਿ ਉਹ ਕੰਮ ਸੁਖਾਲਾ ਬੜਾ, ਉਹਦੇ ਵਿੱਚ ਇੰਟਰਸਟ ਬੜਾ, ਕਿਉਂਕਿ ਇੰਦਰੀਆਂ ਦਾ ਜਿਹੜਾ ਰਜੂ ਹੈ ਉਹ ਬਾਹਰਲੇ ਪਾਸੇ, ਇੰਦਰੀਆਂ ਹਮੇਸ਼ਾ ਬਾਹਰਲੇ ਪਾਸੇ ਦੌੜਦੀਆਂ। ਸੋ ਜਿੱਧਰ ਇੰਦਰੀਆਂ ਦੌੜਦੀਆਂ ਨੇ, ਮਨ ਤੇ ਉਹੀ, ਮਨ ਤੇ ਇੰਦਰੀਆਂ ਦੇ ਪਿੱਛੇ ਲੱਗਾ ਹੋਇਆ। ਸੋ ਇਹ ਤੁਹਾਡਾ ਕੁਐਸਚਨ ਸੀ। ਤੁਸੀਂ ਠੀਕ ਦੱਸਦਾ, ਕਿਉਂਕਿ ਜਿਹੜਾ ਰੈਸਟਲੈਸ ਕਿਉਂ ਹੁੰਦੀ ਹੈ ਆਤਮਾ? ਆਤਮਾ, ਯੈਸ, ਆਤਮਾ ਰੈਸਟਲੈਸ ਕਿਉਂ ਹੁੰਦੀ ਹੈ? ਕਿਉਂਕਿ ਆਤਮਾ ਦੀ ਤੇ ਨੇਚਰ ਜਿਹੜੀ ਹੈ ਪਿਓਰ ਹੈ, ਪਿਓਰਿਟੀ ਹੈ। ਉਹ ਕਬੀਰ, ਹਮੇ ਰਾਮ ਕੇ ਅੰਸ਼, ਹਮ ਰਾਮ ਕੇ ਅੰਸ਼। ਜਦੋਂ ਅਸੀਂ ਰਾਮ ਕੇ ਅੰਸ਼ ਹਾਂ ਤੇ ਉਹ ਤੇ ਜਿਹੜਾ ਪਿਓਰ ਹੈ, ਟੋਟਲੀ ਪਿਓਰ ਹੈ, ਉਹਦੇ ਵਿੱਚ ਕੋਈ ਬਣਾਵਟ ਨਹੀਂ ਹੈਗੀ, ਉਹਦੇ ਬਣਾਵਟ ਆ ਹੀ ਨਹੀਂ ਸਕਦੀ, ਮਿਲਾਵਟ ਆ ਹੀ ਨਹੀਂ ਸਕਦੀ। ਤੇ ਜਦੋਂ ਉਹਨੂੰ ਮਨ ਦੇ ਥਰੂ ਜਿਹੜੀ ਆਤਮਾ ਨੂੰ ਖੁਰਾਕ ਮਿਲ ਰਹੀ ਹੈ, ਉਹ ਤੇ ਬਣਾਵਟੀ ਖੁਰਾਕ ਹੈ, ਤਾਂ ਆਤਮਾ ਜਿਹੜੀ ਉਹ ਰੈਸਟਲੈਸ ਹੋ ਜਾਂਦੀ। ਸੋ ਜਦੋਂ ਆਤਮਾ ਰੈਸਟਲੈਸ ਹੋ ਜਾਂਦੀ ਹੈ, ਇਹ ਬੜੀ ਅੱਛੀ ਸਟੇਜ ਹੈ, ਆਤਮਾ ਨੂੰ ਰੈਸਟਲੈਸ ਹੋਣਾ ਚਾਹੀਦਾ। ਉਦੋਂ ਹੀ ਸਾਨੂੰ ਹੋਸ਼ ਆਉਂਦੀ ਹੈ ਕਿ ਕੀ ਹੈ, ਕਿ ਮੈਂ ਦੁਖੀ ਕਿਉਂ ਰਹਿਣਾ ਹੈਗਾ, ਕੀ ਹੈ, ਵਾਟ ਇਜ਼ ਦਾ ਅੰਡਰਲਾਈਂਗ ਥਿੰਗ, ਕਿ ਮੈਂ ਜ਼ਿੰਦਗੀ 'ਚ ਆਪਣਾ ਸਭ ਕੁਛ ਹੈ ਫਿਰ ਵੀ ਮੈਂ ਦੁਖੀ ਰਹਿਣਾ ਵਾ। ਜਾਂ ਫਿਰ ਜਦੋਂ ਮੈਨੂੰ ਡਿਫਿਕਲਟੀ ਆਉਂਦੀਆਂ ਨੇ, ਮੈਂ ਬਹੁਤ ਘਬਰਾ ਜਾਣਾ, ਮੈਂ ਡਿਪਰੈਸ ਹੋ ਜਾਣਾ, ਮੈਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਐਂਡ ਮੈਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਹ ਜਿਹੜੀ ਮੇਰੀ ਆਤਮਿਕ ਉન્નਤੀ ਹੈਗੀ ਹੈ ਇਹ ਕਿਸ ਤਰ੍ਹਾਂ ਕਰਨੀ ਹੈਗੀ ਹੈ, ਕਿਉਂਕਿ ਮੈਂ ਉਸੇ ਨੌਲੇਜ ਵਿੱਚ ਹਾਂ। ਔਰ ਮਨ ਦੀ ਕੀ ਆਦਤ ਹੈ, ਸਾਡੀ ਮਨ ਦੀਆਂ ਬੜੀਆਂ ਲਿਮਿਟੇਸ਼ਨ ਹੈਗੀਆਂ। ਫਰਜ਼ ਕਰੋ, ਅਸੀਂ ਜਿੱਥੇ ਆਣਾ, ਜਿੰਨਾ ਸਾਡਾ ਗਿਆਨ ਹੈ, ਅਸੀਂ ਉਹਦਾ ਹੀ ਸੈਟੀਸਫਾਈ ਹੋ ਜਾਂਦੇ, ਠੀਕ ਹੈ, ਕਿਉਂਕਿ ਮਨ ਨੂੰ ਇੱਕ ਸੌਖਾ ਰਸਤਾ ਚਾਹੀਦਾ। ਮੈਨੂੰ ਅੱਗੋਂ ਨਹੀਂ ਮੈਂ ਚਾਹੁੰਦੀ, ਠੀਕ ਹੈ ਮੈਂ ਤੇ ਪੜ੍ਹ ਲਿਆ ਬਾਣੀ, ਬਸ ਇੰਨਾ ਹੀ ਠੀਕ ਹੈ, ਮੈਨੂੰ ਅੱਗੋਂ ਨਹੀਂ ਚਾਹੀਦਾ। ਲੇਕਿਨ ਇੱਕ ਜਿਹੜਾ ਇਨਕੁਇਜ਼ਿਟਿਵ ਮਾਈਂਡ ਹੈ, ਇੱਕ ਮਾਈਂਡ ਜਿਹੜਾ ਕਿ ਨਹੀਂ, ਮੈਂ ਤੇ ਆਤਮਾ ਦੀ ਉન્નਤੀ ਕਰਕੇ ਮੈਂ ਤੇ ਉੱਥੋਂ ਤੱਕ ਪਹੁੰਚਣਾ ਜਿੱਥੋਂ ਤੱਕ ਮੈਨੂੰ ਪਰਮਾਤਮਾ ਲੈ ਜਾਏ, ਔਰ ਮੈਂ ਤੇ ਜਨਮ ਮਰਨ ਤੋਂ ਛੁੱਟਣਾ ਹੈਗਾ। ਸੋ ਉਹ ਕੀ ਹੁੰਦਾ ਹੈ, ਫਿਰ ਉਹ ਮਨ ਜਿਹੜਾ ਹੈਗਾ ਵੇ ਉਹ ਇੰਦਰੀਆਂ ਨੂੰ ਕੰਟਰੋਲ ਕਰ, ਫਿਰ ਇੰਦਰੀਆਂ ਤੇ ਕਹਿ ਨਹੀਂ ਲੱਗਦਾ, ਫਿਰ ਇੰਦਰੀਆਂ ਉਸ ਪਾਸੇ ਲੱਗ ਜਾਂਦੀਆਂ। ਸੋ ਇੱਥੋਂ ਤੱਕ ਜੇ ਹੋਰ ਕੋਈ ਤੁਹਾਡਾ ਸਵਾਲ ਹੈ ਤਾਂ ਦੱਸੋ, ਕਿਉਂਕਿ ਹੋਣਾ ਤੇ ਚਾਹੀਦਾ, ਕਿਉਂਕਿ ਕੁਆਇਟ ਡੀਪ ਹੈ। Auntie, so what is the difference between restlessness and overwhelmed? ਓਵਰਵੈਲਡ ਤੇ ਖੁਸ਼ੀ ਹੋਈ ਨਾ, ਓਵਰਵੈਲਡ ਬਾਈ ਮਤਲਬ ਨਹੀਂ, ਪਰ ਆਂਟੀ ਕਈ ਵਾਰੀ ਸਾਡੇ ਕੋਲ ਬਹੁਤ ਚੀਜ਼ਾਂ ਹੋਣ ਮਨ ਚ ਕਰਨ, ਯੂ ਆਰ ਓਵਰਵੈਲਮਡ, ਯੂ ਡੋਂਟ ਨੋ what to do, it's like too much. Yes, that is excitement, and that's ਇਹ ਤਾਂ ਦੋਨੋਂ ਪਾਸੇ ਹੁੰਦਾ ਹੈ। ਕਈ ਵਾਰੀ ਤੁਹਾਨੂੰ ਸਪਿਰਚੁਅਲ ਐਕਸਾਈਟਮੈਂਟ ਹੁੰਦਾ, ਉਹ ਵੀ ਓਵਰ ਸਮਟਾਈਮ ਓਵਰਵੈਲਮਡ ਬਾਈ ਆਪਣੀ ਆਤਮਿਕ ਖੁਸ਼ੀ ਨਾਲ। ਜਦੋਂ ਇੱਕ ਵਾਰੀ ਜਦੋਂ ਤੁਹਾਨੂੰ ਬਲਿਸ ਕਈ ਵਾਰੀ ਆਉਂਦੀ ਹੈ, ਤੁਸੀਂ ਇੰਨੇ ਓਵਰਵੈਲਮਡ ਹੋ ਜਾਂਦੇ ਹੋ ਕਿ ਤੁਸੀਂ ਖੁਸ਼ੀ ਨਾਲ ਪਾਗਲ ਹੋ ਜਾਂਦੇ ਹੋ, ਇੱਕ ਇੰਨੀ ਬਲਿਸ ਵਿੱਚ ਚਲੇ ਜਾਂਦੇ ਹੋ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਹੋ ਕੀ ਰਿਹਾ ਹੈਗਾ। So sometimes you are overwhelmed with, grief also, overwhelmed with the problems, also overwhelmed with the difficulties, with depression also. So it's both ways. Overwhelmed is both ways. So मेरा question होगा, if you are overwhelmed, how do you handle that, whether good or bad? उन्हें handle किस तरह करिए? This is very good question. Very nice question. So this state, everybody, I think all of us, we experience this state. तो कई बार तक ਹੁੰਦਾ ਹੈ ਕਿ ਖੁਸ਼ੀ ਇੰਨੀ ਹੁੰਦੀ ਹੈ ਕਿ we're overwhelmed by ਖੁਸ਼ੀ, ਠੀਕ ਹੈ, ਭਾਵੇਂ ਉਹ ਦੁਨਿਆਵੀ ਹੋਵੇ ਤੇ ਭਾਵੇਂ ਉਹ ਸਪਿਰਚੁਅਲ ਹੋਵੇ। ਸੋ ਉਸ ਵੇਲੇ ਜਿਹੜਾ ਇੱਕ ਸਕਿਲਫੁਲ ਮਾਈਂਡ ਹੈ, ਜਿਹੜਾ ਇੱਕ ਮੈਚੁਰ ਮਾਈਂਡ ਹੈ, ਉਹ ਉਸ ਵੇਲੇ ਫਿਰ ਦੇਖਦਾ ਹੈ ਕਿ ਮੈਂ ਹੁਣ ਓਵਰਵੈਲਮਡ ਹਾਂ, ਹੁਣ ਇਹਨੂੰ ਮੈਂ ਹੁਣ ਆਪਣਾ ਬੈਲੈਂਸ ਵਿੱਚ ਜਾਣਾ, ਸ਼ਾਂਤੀ ਵਿੱਚ ਜਾਣਾ। ਉਹਦੇ ਵਾਸਤੇ ਫਿਰ ਜਿਹੜਾ ਬ੍ਰੈਥ ਹੈ, ਜਿਹੜਾ ਪ੍ਰਾਣਾ ਹੈ, that is the only instrument. We can sit and breathe properly
and in that state I experienced that. This very beautiful question, and it happened with us very often. It happens sometimes. The spiritual खुशी ऐनी हुंदी है कि तुसी ऐने excited हो जांदे हो कि you don't want that, ऐना excitement नहीं तुसी चाहंदे, पर बड़ा excitement हो जांदा। and कई बारी जेड़ा है कि वर्ल्डली खुशी ऐनी हुंदी है कि वो overwhelmed, and कई बारी we are overwhelmed by grief। ते ठीक है, this is a very good question, right? क्वेश्चन ਤੁਸੀਂ ਕਰੋ, ਬੜਾ ਅੱਛਾ ਲੱਗਦਾ ਹੈ क्वेश्चन ਨੂੰ ਕਲੀਅਰ ਕਰਕੇ। ਹਾਂ ਸੁਰਜੀਤ ਜੀ ਤੁਸੀਂ ਬੋਲੋ, ਕੋਈ क्वेश्चन? जी मैं क्वेश्चन पूछा? हाँ बिल्कुल, ਤੁਹਾਨੂੰ ਤਾਂ ਮਿਸ ਕਰ ਰਹੇ ਸੀ, ਤੁਸੀਂ ਆ ਨਹੀਂ ਰਹੇ ਅੱਜ ਕੱਲ। ਉਹ ਨਾ ਵਿੱਚ ਮੇਰੇ ਬੱਚੇ ਆਏ ਸੀ ਤੇ ਫਿਰ ਉਹਨਾਂ ਨਾਲ ਯੂ نو ਹਾਲੀ ਉੱਥੇ ਤੱਕ ਨਹੀਂ ਪਹੁੰਚੇ ਨਾ ਕਿ ਮੋਹ ਮਾਇਆ ਚ ਸਟਿਲ ਪਏ ਹੋਏ ਆ। ਕੋਈ ਗੱਲ ਨਹੀਂ, ਉਹ ਵੀ ਠੀਕ ਹੈਗਾ, ਉਹ ਸਾਡੀ ਜ਼ਿੰਦਗੀ ਦਾ ਹਿੱਸਾ, ਉਹ ਵੀ ਬੜਾ ਜ਼ਰੂਰੀ, ਕੋਈ ਗੱਲ ਨਹੀਂ। ਹਾਂ ਡੇਢ ਸਾਲ ਮਤਲਬ ਕੋਵਿਡ ਕਰਕੇ ਨਹੀਂ ਆ ਸਕੇ ਸੀ ਨਾ, ਤੇ ਫਿਰ ਹੁਣ ਆਏ ਸੀ, ਸੋ ਆਈ ਵਾਂਟਡ ਟੂ ਸਪੈਂਡ ਟਾਈਮ ਵਿਦ them। ਗੁੱਡ, ਵੈਰੀ ਗੁੱਡ। ਹਾਂਜੀ, ਮੇਰਾ ਕੁਐਸਚਨ ਇਹ ਸੀ ਕਿ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਤੁਸੀਂ ਰਿਮਾਈਂਡ ਦੀ ਐਗਜ਼ਾਮਪਲ ਲਈ ਸੀ। ਹਾਂਜੀ। ਤੇ ਇਹ ਕਿਹਾ ਸੀ ਕਿ ਜਿਹੜਾ ਰਾਮ ਹੈ ਉਹ ਇਨਰ ਲਾਈਟ ਹੈ, ਤੇ ਜਿਹੜੀ ਮਨ ਹੈ ਸੀਤਾ ਹੈ, ਤੇ ਜਿਹੜਾ ਸਕਿਲਫੁਲ ਮਾਈਂਡ ਹੈ ਉਹ ਕੁਸ਼ਲ ਹੈ। So how is this meaning related with remind Ram Sita te o? ਮੈਨੂੰ ਉਹ ਨਹੀਂ ਗੱਲ ਸਮਝ ਆਈ। ਦੇਖੋ ਰਮਾਇਣ ਦੇ ਕਰੈਕਟਰ ਨੇ ਨਾ, ਰਾਮ ਹੈ, ਸੀਤਾ ਉਹਦੀ ਵਾਈਫ ਹੈ, ਉਹਨੂੰ ਰਾਵਣ ਚੁੱਕ ਕੇ ਲੈ ਜਾਂਦਾ ਹੈ, ਠੀਕ ਹੈ ਨਾ। ਤੇ ਆਪਣਾ ਜਿਹੜਾ ਹੈਗਾ ਵੇ ਰਾਮ ਦਸ਼ਰਥ ਦਾ ਬੇਟਾ ਹੈ, ਐਂਡ ਫਿਰ ਹਨੂਮਾਨ ਜਿਹੜਾ ਹੈਗਾ ਉਹ ਉਹਨੂੰ ਸੀਤਾ ਨੂੰ ਲਿਆਉਣ ਵਿੱਚ ਮਦਦ ਕਰਦਾ ਹੈਗਾ ਵੇ, ਠੀਕ ਹੈ ਨਾ। ਤੇ ਲਕਸ਼ਮਣ ਜਿਹੜਾ ਹੈਗਾ ਉਹ ਸਾਰਾ ਵਕਤ ਰਾਮ ਦਾ ਸਾਥ ਦਿੰਦਾ ਹੈਗਾ, ਠੀਕ ਹੈ। ਐਂਡ ਦੈਨ ਹੋਰ ਕੋਈ ਕਰੈਕਟਰ ਰਹਿ ਗਿਆ ਤੋ ਸੋ ਇਹਦੇ ਵਿੱਚ ਹੁਣ ਦੱਸੋ, ਤੁਸੀਂ ਦੱਸੋ। ਤੇ ਮਤਲਬ ਤੁਸੀਂ ਜਿਹੜਾ ਸਿਸਟਮ ਮਤਲਬ ਐਕਸਪਲੇਨ ਕੀਤਾ ਕਿ ਸਭ ਕੁਝ ਉਹ ਤੇ ਸਮਝ ਆ ਗਿਆ, ਪਰ ਇਹਨਾਂ ਦਾ ਰਿਲੇਸ਼ਨਸ਼ਿਪ ਰਾਮ ਜਾਂ ਸੀਤਾ ਦਾ ਕੁਝ ਮਤਲਬ ਹੈ ਕਿ ਜਸਟ ਮਤਲਬ ਫॉर ਐਗਜ਼ਾਮਪਲ ਸੀਗਾ? ਹਾਂ, ਇਹ ਤੁਹਾਨੂੰ ਮੈਂ ਪਹਿਲਾਂ ਹੀ ਸ਼ੁਰੂ ਕਰਤਾ ਸੀ ਕਿ ਇਹ ਜਿਹੜੀ ਫਿਲਾਸਫੀ ਹੈ ਇਹ ਰਾਮਾਇਣ ਵਿੱਚ ਨਹੀਂ ਹੈਗੀ, ਠੀਕ ਹੈ। ਇਹ ਫਿਲਾਸਫੀ ਜਿਹੜੀ ਹੈਗੀ ਹੈ ਇੱਕ ਫਿਲਾਸਫਰ ਨੇ ਬਣਾਈ ਹੈਗੀ ਹੈ ਕਿ we can put these character like this for the understanding of a common man, ਕਿ ਇਹ ਕਿਸ ਤਰ੍ਹਾਂ ਤੁਹਾਡਾ ਮਾਈਂਡ, ਕਿਉਂਕਿ ਇਹਦੇ ਨਾਲ ਤੁਹਾਨੂੰ ਕਲੈਰਿਟੀ ਬੜੀ ਆਉਂਦੀ ਹੈਗੀ। ਹੁਣ ਤੁਹਾਨੂੰ ਪਤਾ ਹੈ ਬਚਪਨ ਦੇ ਸਾਡੀਆਂ ਮਤਲਬ ਅਸੀਂ ਤੇ ਖੈਰ ਸਾਡੀਆਂ ਦਾਦੀਆਂ ਮਾਵਾਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਸੀ, ਤੇ ਯੂਜ਼ ਟੂ ਰਿਲੇਟ ਇਨ ਐਨ ਇੰਟਰਸਟਿੰਗ ਮੈਨਰ ਤਾਂ ਕਿ ਸਾਨੂੰ ਯਾਦ ਰਹੇ। ਸੋ ਵੈਨ ਇਟ ਇਜ਼ ਰਿਲੇਟਡ ਲਾਈਕ ਦਿਸ ਤੇ ਤੁਹਾਨੂੰ ਇਹ ਯਾਦ ਰਹੇਗੀ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇੱਕ ਇਫੈਕਟਿਵ ਤਰੀਕੇ ਨਾਲ ਕਿਸੇ ਨਾਲ ਰਿਲੇਟ ਕਰਦੇ ਹੋ ਤੇ ਉਹਦਾ ਇਫੈਕਟ ਜਿਹੜਾ ਐਵਰ ਲਾਸਟਿੰਗ ਮਾਈਂਡ ਤੇ ਰਹਿੰਦਾ ਹੈ। ਜੇ ਤੁਸੀਂ ਆਰਡੀਨਰੀ ਤਰੀਕੇ ਨਾਲ ਮੈਂ ਤੁਹਾਨੂੰ ਇਹ ਕਹਿ ਦਿਆਂ ਤੇ ਯੂ ਵਿਲ ਫੋਰਗੇਟ ਇਟ ਨਾ। ਹੁਣ ਤਾਂ ਤੁਹਾਡੇ ਦਿਮਾਗ ਦੇ ਵਿੱਚ, ਬ੍ਰੇਨ ਦੇ ਵਿੱਚ ਉਹ ਬੈਠ ਗਿਆ ਹੈ ਕਿ ਅੱਛਾ ਇਹ ਗੱਲ ਇਸ ਤਰ੍ਹਾਂ ਨਾਓ ਯੂ ਵਿਲ ਰਿਲੇਟ ਲਾਈਕ ਦੈਟ। ਸੋ ਦੂਸਰੀ ਗੱਲ ਇਹ ਕਿ all the ਜਿਹੜੇ ਗ੍ਰੰਥ ਇਹ ਨੇ they are much more what they seem to be। ਉਹਨਾਂ ਹਰ ਇੱਕ ਦਾ ਮੀਨਿੰਗ ਬੜਾ ਗਹਿਰਾ ਹੁੰਦਾ ਹੈ। ਬਾਕੀ ਇਹ ਕਿਹਾ ਗਿਆ ਹੈਗਾ ਵੇ ਕਿ ਵਿਜ਼ਡਮ ਜੇ ਸਾਨੂੰ ਕਿਧਰੋਂ ਵੀ ਮਿਲੇ, ਕਿਸੇ ਵੀ ਧਰਮ ਤੋਂ, ਕਿਸੇ ਵੀ ਕਿਤਾਬ ਤੋਂ, ਭਾਵੇਂ ਬੱਚੇ ਤੋਂ, ਭਾਵੇਂ ਸਾਡੇ ਨੌਕਰ ਤੋਂ, you take the wisdom and use it in life, ਠੀਕ ਹੈ। ਹਾਂਜੀ ਹਾਂਜੀ, ਨਹੀਂ ਉਹ ਤੇ ਬਿਲਕੁਲ ਠੀਕ ਹੈ, ਕਿਉਂਕਿ ਮਤਲਬ ਥੋੜਾ ਜਿਹਾ ਕਨਫਿਊਜ਼ਨ ਹੋ ਰਿਹਾ ਸੀ, ਜਿਸ ਤਰ੍ਹਾਂ ਇਨਰ ਲਾਈਟ ਰਾਮ ਤੇ ਰਾਮ ਮਤਲਬ ਵਾਹਿਗੁਰੂ ਵਾਸਤੇ ਗੁਰੂ ਗ੍ਰੰਥ ਸਾਹਿਬ ਚ ਵੀ ਬਹੁਤ ਵਾਰੀ ਆਇਆ, ਰਾਈਟ? ਹਾਂ ਨਹੀਂ, ਉਹ ਗੱਲ ਅਲੱਗ ਹੈ, ਲੇਕਿਨ ਜਦੋਂ ਅਸੀਂ ਇੱਥੇ ਲੈ ਰਹੇ ਹਾਂ ਤੇ ਅਸੀਂ ਮਤਲਬ ਇੱਕ ਸਟੋਰੀ ਦੇ ਰੂਪ ਵਿੱਚ ਲੈ ਰਹੇ ਹਾਂ, ਜਿਸ ਤਰ੍ਹਾਂ ਕਿ ਸਟੋਰੀ ਰਾਮਾਇਣ ਦੀ ਹੈ, ਠੀਕ ਹੈ ਨਾ। ਲੇਕਿਨ ਤੁਹਾਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਲੈਰਿਟੀ ਦੇਣ ਵਾਸਤੇ ਬੜੀਆਂ ਐਗਜ਼ਾਮਪਲਸ ਉਹਨਾਂ ਨੇ ਪੁਰਾਣਾ ਵਿੱਚੋਂ, ਰਾਮਾਇਣ ਵਿੱਚੋਂ ਬੜੀਆਂ ਦਿੱਤੀਆਂ ਹੈਗੀਆਂ ਨੇ। ਮਤਲਬ ਜਿਸ ਤਰ੍ਹਾਂ ਨੇ ਪੰਚਾਲੀ ਕੋ ਰਾਜ ਸਭਾ ਮੇ ਰਾਮ ਨਾਮ ਸੁਜਾਏ,
इस तरह ही मतलब वेद किताब को होमा झूठे झूठा जो ना मतलब उन्होंने बड़ी एग्जाम्पल दित्तियां ने टू क्लियर द कॉन्सेप्ट, ठीक है ना। सो दिस इज टू क्लियर द कॉन्सेप्ट कि मन जिहड़ा है, मन काम किवें करदा हैगा। हुण मैं जे तुहानूं एक सीधे तरीके नाल समझा दियां ना तो तुहाडे अंदर इन्ना गहराई नाल ओ नहीं टिकेगा। हुण ये तुहाडे अंदर बड़ी गहराई नाल टिकेगा, क्योंकि जिन्नी चीज मुश्किल ते कॉम्प्लीकेटेड होए ना तुसीं ओहदे ते कॉन्सनट्रेशन ज्यादा पाउंदे, नहीं तो तुसीं भुल जांदे। मैं तुहानूं यही दूसरी तरह मैं समझा सकदी सी, ऐसी कोई गल नहीं, पर मैं जानबूझ के इस तरह समझाया। सो नाउ वी कम टू द मेन थिंग। मेन थिंग है कि हुण ये सारी स्टोरी ते जिहड़ी है रिलेट कर ली। हुण उन्हां ने क्या है कि टेकिंग द हेल्प ऑफ प्राणा ब्रेथ एंड अवेयरनेस, मन नूं काबू विच लियाना है। ये सोल जिहड़ी है ये ओदी कोशिश है कि मैं डायरेक्टली नहीं पहुंच सकती मन तक। हाउ टू वर्क, सोल ने वर्क करना है प्राणा ते अवेयरनेस दे थ्रू। दिस इज द मेन थिंग जिथे तुसी प्रैक्टिकल रूप में जाना। हुण जेड़े लोकी एक्चुअली दिस इज हुण मैं तुहानूं थोड़ा जिहा मतलब बरीकी नाल समझावांगी और थोड़ा शायद मतलब थोड़ा मुश्किल भी लगे, पर बड़ा जरूरी है क्योंकि साडी प्रोग्रेस इहदे थ्रू ही होनी है। यूजली मन की हालत है कि सौखियां चीज़ां चाहता है सौखे तरीके नाल, और भावें वो ज्यादा उहदा लाभ होवे ना। सो हुण प्राणा जिहड़ा है, ब्रैथ जिहड़ा है, जिन्हों असीं पवन कहने आ, गुरु कहने आ, क्यों इन्हू गुरु कहने आ? सोचो जरा, असीं कदी इन्हू सोचिया कि गुरु क्यों कहने आ? पवन नूं असीं गुरु क्यों कहने आ? पवन इज प्राणा, पवन इज ब्रेथ। सारी जेड़ी प्रोग्रेस एनर्जी दी है, क्योंकि what we are, this is only energy which is working in us, जिन्हों असीं परमात्मा दी शक्ति कहने आ। ये एनर्जी, ये शक्ति है जेड़ी वर्क कर रही। ये शक्ति नूं तुहानूं पता कि नीचे पानी नूं लिजाण वास्ते ते कोई मेहनत नहीं करनी पैंदी, झट नाल ही चला जांदा। जे उहनूं उत्ते चढ़ाना पवे ਉਹ ਫੁਹਾਰੇ ਦੇ ਵਿੱਚ ਤੁਹਾਨੂੰ ਮਸ਼ੀਨ ਲਗਾਉਣੀ ਪੈਂਦੀ, ਉਧਰਲੇ ਪਾਸੇ ਨਹੀਂ ਜਾਂਦਾ। ਸੋ ਇਹ ਜਿਹੜੀ એનર્ਜੀ ਜਾਂ ਸ਼ਕਤੀ ਜਿਹੜੀ ਸਾਡੇ ਅੰਦਰ ਕੰਮ ਕਰ ਰਹੀ ਹੈ ਕੁਦਰਤ ਦੇ ਥਰੂ, ਇਹਦੇ ਵਿੱਚ ਅੰਦਰ ਬੰਧਨ ਪੈ ਹੋਏ ਨੇ, ਜਿਹਨੂੰ ਅਸੀਂ ਆਮ ਲੈਂਗੁਏਜ ਕਹਿੰਦੇ ਆ, ਇਸ ਮਨ ਕੋ ਜਨਮ ਜਨਮ ਕੇ ਮਨ ਲਾਗੀ ਕਾਲਾ ਹੋਆ ਸਵਾ। ਉਹ ਹੁਣ ਅਸੀਂ ਇਹ ਕਹਿ ਕੇ ਟਾਲ ਦੇਣੇ ਆ। ਹੁਣ ਅਸੀਂ ਅੱਗੇ ਵੀ ਜਾਣਾ, ਜੇ ਕਾਲਾ ਹੋਇਆ ਸਵਾ ਹੈ ਤੇ ਇਹਨੂੰ ਧੋਣਾ ਕਿਵੇਂ? ਅਸੀਂ ਕਹਾਂਗੇ ਗੁਰਬਾਣੀ ਨਾਲ ਧੋਣਾ, ਗੁਰਬਾਣੀ ਨਾਲ ਤੇ ਧੋਣਾ, ਪਰ ਉਹਦੇ ਵਿੱਚ ਵੀ ਯੁਕਤੀਆਂ ਤੇ ਹੈਗੀਆਂ ਨੇ। ਉਹਦੇ ਵਿੱਚ ਵੀ ਯੁਕਤੀਆਂ ਨੇ ਜਿਹਦੇ ਨਾਲ ਤੁਸੀਂ ਉਹ ਜਿਹੜੀ એનર્ਜੀ, ਜਿਹੜੀ ਸ਼ਕਤੀ, ਜਿਹੜੇ ਅੰਦਰ ਸੰਸਕਾਰ ਨੇ, ਜਿਹੜੀ ਕੰਡੀਸ਼ਨਿੰਗ ਹੈ, ਉਹਨੂੰ ਧੋਣ ਵਾਸਤੇ ਤੁਹਾਨੂੰ ਉਸ એનર્ਜੀ ਨੂੰ ਅੰਦਰੋਂ ਹਿਲਾਉਣਾ ਪੈਂਦਾ। ਉਸ એનર્ਜੀ ਦੀਆਂ ਗੰਢਾਂ ਬਣੀਆਂ ਹੋਈਆਂ, ਉਹ ਜਿਹੜੀਆਂ ਗੰਢਾਂ ਨੇ ਸੰਸਕਾਰਾਂ ਦੀਆਂ, ਉਹ ਨਹੀਂ ਟੁੱਟਦੀਆਂ। ਇਹਨੂੰ ਇਹਨਾਂ ਨੇ ਸਾਇੰਟੀਫਿਕਲੀ ਥੋੜਾ ਐਕਸਪਲੇਨ ਕੀਤਾ ਹੈ। ਜਿਹੜਾ ਪਿਨੀਅਲ ਔਰ ਪਿਟਿਊਟਰੀ ਗਲੈਂਡਸ ਹੈਗੇ ਨੇ, ਜਿਨ੍ਹਾਂ ਦਾ ਕਨੈਕਸ਼ਨ ਸੈਂਟਰਲ ਨਰਵਸ ਸਿਸਟਮ ਨਾਲ ਹੈ, ਉਹਨਾਂ ਤੱਕ ਪਹੁੰਚਣ ਵਾਸਤੇ ਸਾਨੂੰ ਪ੍ਰਾਣਾ ਦੀ ਜ਼ਰੂਰਤ ਪੈਂਦੀ ਹੈ। ਪ੍ਰਾਣਾ ਤੋਂ ਬਿਨਾਂ ਉੱਥੇ ਤੱਕ ਨਹੀਂ ਪਹੁੰਚ ਸਕਦੇ। ਦੇ ਆਰ ਦਾ ਮੇਨ ਸੋਰਸ ਜਿੱਥੋਂ ਕਿ એનર્ਜੀ ਮੂਵ ਹੁੰਦੀ ਹੈ। ਸੋ ਜਿਹੜੀਆਂ ਗੰਢਾਂ ਨੇ એનર્ਜੀ ਦੀਆਂ, ਉਹ ਕੀ ਨੇ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਆਦਤਾਂ ਨੇ, ਪੁਰਾਣੀ ਕੰਡੀਸ਼ਨਿੰਗ, ਪੁਰਾਣੇ ਸੰਸਕਾਰ ਨੇ, ਉਹ ਬੜੇ ਪੱਕੇ ਨੇ, ਕਿਉਂਕਿ ਬ੍ਰੇਨ ਦੇ ਵਿੱਚ ਉਹ ਪਾਥਵੇਜ਼ ਬਣੇ ਹੋਏ ਨੇ। ਉਹ ਪਾਥਵੇਜ਼ ਬੜੀ ਲੰਬੀ ਪ੍ਰੈਕਟਿਸ ਤੋਂ ਬਾਅਦ, ਕਿਉਂਕਿ ਬੜੀ ਲੰਬੀ ਪ੍ਰੈਕਟਿਸ ਤੋਂ ਬਾਅਦ ਉਹ ਆਏ ਨੇ। ਕਈ ਸਾਲ, ਮਤਲਬ ਕਈ ਜਨਮ ਪੈ ਕੀਟ ਪਤੰਗਾ,
ਮਤਲਬ ਕਿੰਨਾ ਕਿੰਨਾ ਅਸੀਂ ਦੁਨੀਆ ਚੋਂ ਨਿਕਲ ਕੇ ਆਏ ਹਾਂ, ਉਹ ਸੰਸਕਾਰ ਵੀ ਸਾਡੇ ਅੰਦਰ ਨੇ। ਹੁਣ ਉਹ ਇੰਨੇ ਪੱਕੇ ਨੇ, ਔਰ ਉਹਨਾਂ ਨੂੰ ਹੁਣ ਧੋਣ ਵਾਸਤੇ, ਉਹਨਾਂ ਨੂੰ ਮੇਟਣ ਵਾਸਤੇ ਵੀ ਓਨੀ ਮਿਹਨਤ ਕਰਨੀ ਪਵੇਗੀ। ਸੋ ਪ੍ਰਕਿਰਤੀ ਜਿਹੜੀ ਹੈ, ਜਿਹੜੀ એનર્ਜੀ ਹੈ, ਉਹੀ ਵਰਕ ਕਰ ਰਹੀ। ਪਰਮਾਤਮਾ ਡਾਇਰੈਕਟਲੀ ਕੰਮ ਨਹੀਂ ਕਰਦਾ, ਕੁਦਰਤ ਦੇ ਥਰੂ ਹੀ ਕੰਮ ਕਰਦਾ ਹੈ। ਕੁਦਰਤ ਕੀ એનર્ਜੀ ਹੈ? એનર્ਜੀ ਜਿਹੜੀ ਹੈ ਸਟੈਟਿਕ ਹੈ, ਉਹ ਖੜੀ ਹੋਈ ਹੈ, ਮੂਵ ਨਹੀਂ ਹੁੰਦੀ ਹੈ। ਉਸ એનર્ਜੀ ਨੂੰ ਮੂਵ ਕਰਨ ਵਾਸਤੇ ਤੁਹਾਡੇ ਕੋਲ, ਔਰ ਉਹ ਮੂਵ ਹੋਏਗੀ ਤੇ ਜਿਹੜੇ ਅੰਦਰ ਤੁਹਾਡੇ ਸਾਰੇ ਬਲੌਕ ਬਣੇ ਹੋਏ ਨੇ ਪੁਰਾਣੇ ਸੰਸਕਾਰਾਂ ਦੇ, ਸਾਡੀਆਂ ਆਦਤਾਂ ਦੇ, ਉਹ ਜਿਹੜੇ ਜਿਹਨੂੰ ਅਸੀਂ 5 ਵਿਕਾਰ ਕਹਿੰਦੇ ਆ, they are because of that, ਕਾਮ, ਕ੍ਰੋਧ, ਲੋਭ, ਹੰਕਾਰ, they are because of that। ਉਹਦੇ ਵਿੱਚੋਂ ਜਿਹੜਾ ਸਭ ਤੋਂ ਸਟਰੋਂਗ ਹੈ ਉਹ ਹੰਕਾਰ ਹੈ। ਹੰਕਾਰ ਜਿਹੜਾ ਹੈ, ਐਕਚੁਅਲੀ ਇੱਕ ਚੀਜ਼ ਤੁਸੀਂ ਥੋੜੀ ਜਿਹੀ ਅਸੀਂ ਆਪਣੀ ਲਾਈਫ ਵਿੱਚ ਵੀ ਪ੍ਰੈਕਟਿਸ ਜ਼ਰੂਰ ਕਰਨੀ ਹੈ, ਕਿ ਅਸੀਂ ਕਹਿੰਦੇ ਆ ਨਾ ਕਿ ਮੈਂ ਸਰੈਂਡਰ ਕਰ ਦਿੱਤਾ। ਅਸੀਂ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖੇ ਨਾਲ, ਠੀਕ ਹੈ ਮੈਂ ਤੇ ਹੁਕਮ ਮੰਨ ਲਿਆ, ਜੋ ਉਹ ਕਰਦਾ ਮੈਂ ਐਕਸੈਪਟ ਕਰ ਲਿਆ। ਇੱਥੇ ਇੱਕ ਚੀਜ਼ ਜ਼ਰੂਰੀ ਹੈ, ਬਹੁਤ ਜ਼ਰੂਰੀ, ਕਿ ਇੰਨਾ ਸਿੰਪਲ ਨਹੀਂ ਹੈਗਾ ਕਿ ਜਿਹਨੂੰ ਅਸੀਂ ਕਹਿ ਦੇਣਾ ਮੈਂ ਸਰੈਂਡਰ ਕਰਤਾ, ਮੈਂ ਹੁਕਮ ਮੰਨ ਲਿਆ। ਤੁਸੀਂ ਹਰ ਰੋਜ਼ ਦੇਖੋ ਆਪਣੀ ਲਾਈਫ ਦੇ ਵਿੱਚ ਜਿਹੜੀ ਹੈ ਨਾ, ਕਿ ਮੈਂ ਤੁਹਾਨੂੰ ਕਹਿਣਾ 2 ਚੀਜ਼ਾਂ, ਇੱਕ ਤੇ ਵੇ ਪ੍ਰਾਣਾ ਔਰ ਦੂਸਰਾ ਵੇ ਅਵੇਅਰਨੈਸ। ਹਰ ਰੋਜ਼ ਸਾਨੂੰ ਇਹ ਅਵੇਅਰ ਹੋਣਾ ਬੜਾ ਜ਼ਰੂਰੀ ਹੈ ਕਿ ਮੈਂ ਆਪਣੇ ਆਪ ਤੇ ਅਜ਼ਮਾਨੀ ਆ। ਖੁਦ ਕੋਲ ਕੋਈ ਚੀਜ਼ ਮੈਂ ਕਰਨੀ ਆ, ਔਰ ਮੈਂ ਸੋਚਣੀ ਆ ਕਿ ਮੈਂ ਬੜੀ ਅੱਛੀ ਕੀਤੀ, ਇਮੀਡੀਏਟਲੀ ਇਹ ਬਿਕਮ ਅਵੇਅਰ ਕਿ ਮੈਂ ਨਹੀਂ ਕੀਤੀ, ਇਹ ਤੇ ਉਹਨੇ ਕੀਤੀ, ਇਹ ਤੇ ਉਹਦੀ ਕਿਰਪਾ ਹੈਗੀ, ਮੈਂ ਕਰ ਹੀ ਨਹੀਂ ਸਕਦੀ। ਸੋ ਦਿਸ ਅਵੇਅਰਨੈਸ in a day, so many times we have to see, this is awareness ਕਿ we should see ਕਿ ਸਾਡਾ ਦਿਮਾਗ ਜਿਹੜਾ, ਸਾਡਾ ਮਾਈਂਡ ਜਿਹੜਾ ਕੀ ਕੰਮ ਕਰ ਰਿਹਾ, ਕਿੱਥੇ ਜਾ ਰਿਹਾ ਹੈ, ਕੀ ਸੋਚ ਰਿਹਾ, ਉਹ ਸੋਚ ਨੂੰ ਅੱਗੇ ਨਹੀਂ ਜਾਣ ਦੇਣਾ। as soon as it comes, surrender। surrender means ਕਿ ਮੈਂ ਨਹੀਂ, ਤੂੰ ਹੀ ਹੈ। ਸੋ ਜਿਹੜੇ ਅੰਦਰ ਸਾਡੇ ਮਤਲਬ ਇਹ ਜਿਹੜੇ ਬਲੌਕ ਨੇ, ਉਹ ਛੇਤੀ ਛੇਤੀ ਸਰੈਂਡਰ ਹੋਣ ਨਹੀਂ ਦਿੰਦੇ। ਉਹਨਾਂ ਬਲੌਕਸ ਨੂੰ ਤੋੜਨ ਵਾਸਤੇ ਸਭ ਤੋਂ ਵੱਡਾ ਇਫੈਕਟਿਵ ਮੈਥਡ ਜਿਹੜਾ ਹੈ ਉਹ ਪ੍ਰਾਣਾ। ਹੁਣ ਤੁਸੀਂ ਕੁਝ ਲੋਕੀ ਜਿਹੜੇ ਮੈਡੀਟੇਸ਼ਨ ਕਰਦੇ ਨੇ, ਜਾਂ ਮੈਂ ਇੱਕ ਕੁਐਸਚਨ ਪੁੱਛਾਂਗੀ ਜਿਹੜਾ ਬੜਾ ਪਰਸਨਲ ਹੈ, ਪਰ ਕੋਈ ਐਸੀ ਗੱਲ ਨਹੀਂ। ਕਿੰਨੇ ਕੁ ਲੋਕੀ ਨੇ ਜਿਹੜੇ ਕਿ ਜਦੋਂ ਪਾਠ ਕਰਦੇ ਜਾਂ ਕੀਰਤਨ ਸੁਣਦੇ ਨੇ ਤੇ ਉਹਨਾਂ ਦੀ ਸੁਰਤੀ ਉਹਦੇ ਵਿੱਚ ਲੱਗ ਜਾਂਦੀ ਟੋਟਲੀ, ਦੈਨ ਕੋਈ ਥਾਟ ਨਹੀਂ ਆਉਂਦਾ, ਐਂਡ ਕੋਈ ਉਹਨਾਂ ਨੂੰ ਹੋਰ ਪਾਸੇ ਮਤਲਬ ਜਾਂਦਾ ਹੀ ਨਹੀਂ ਹੈ ਬਿਲਕੁਲ। ਦੇ ਆਰ ਵਨ ਵਿਦ ਦਾ ਕੀਰਤਨ ਔਰ ਪਾਠ ਜੋ ਵੀ ਕਰ ਰਹੇ ਹਨ, ਦੇ ਆਰ ਵਨ ਵਿਦ ਦੈਟ। ਜੇ ਕਿਸੇ ਨੂੰ ਐਕਸਪੀਰੀਅੰਸ ਹੈ ਦੱਸੋ, ਇਟ ਵਿਲ ਹੈਲਪ ਮੀ ਐਂਡ ਹੈਲਪ ਐਵਰੀਵਨ। ਤੇ ਹਰ ਵੇਲੇ ਤੇ ਨਹੀਂ ਧਿਆਨ ਲੱਗਦਾ, ਪਰ ਕਦੀ ਕਦਾਈ ਲੱਗ ਜਾਂਦਾ ਹੈ। ਮਤਲਬ ਮੋਸਟ ਆਫ ਦਾ ਟਾਈਮ ਤੇ ਪਤਾ ਨਹੀਂ ਕਿੱਥੇ ਕਿੱਥੇ ਚੱਕਰ ਲਗਾਉਂਦੇ ਪਾਠ ਕਰਦੇ ਨਹੀਂ ਦੇਖੋ, ਜੇਕਰ ਇੱਕ ਵਾਰੀ ਤੁਹਾਡੀ ਦੇਖੋ ਸੁਰਤੀ ਨੂੰ, ਅਸੀਂ ਜਿਹੜਾ ਪੁਰਾਣਾ ਡਿਸਕਸ ਕਰ ਰਹੇ ਹਾਂ, ਅਸੀਂ ਸੁਰਤੀ ਨੂੰ ਡਿਸਕਸ ਕਰ ਰਹੇ ਹਾਂ। ਐਕਚੁਅਲੀ ਸਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਉਹ ਵੇ ਕਿ ਸੁਰਤ ਸ਼ਬਦ ਦਾ ਜੋੜ। ਹਾਂਜੀ, ਹੁਣ ਮੈਂ ਸ਼ਬਦ ਨੂੰ ਇੱਕ ਪਾਸੇ ਕਰ ਦੇਣੀ ਆ, ਮੈਂ ਸਿਰਫ ਸੁਰਤ ਕਹਾਂਗੀ। ਜਦੋਂ ਸੁਰਤ ਸ਼ਬਦ ਕਹਿੰਦੇ ਆ ਨਾ, ਤੇ ਅਸੀਂ ਸ਼ਬਦ ਨੂੰ ਇੱਕ ਵਰਡ ਸਮਝ ਲੈਂਦੇ ਹਾਂ, ਇੱਕ ਵਰਡ ਹੈ। ਸ਼ਬਦ ਦਾ ਮਤਲਬ ਹੈ ਸਾਰੀ ਗੁਰਬਾਣੀ। ਸ਼ਬਦ ਦਾ ਮਤਲਬ ਵਾਟ ਐਵਰ ਵੀ ਆਰ ਡੂਇੰਗ, ਭਾਵੇਂ ਪਾਠ ਕਰ ਰਹੇ ਹਾਂ, ਭਾਵੇਂ ਕੀਰਤਨ ਸੁਣ ਰਹੇ ਹਾਂ, ਭਾਵੇਂ ਮਤਲਬ ਸਿਮਰਨ ਕਰ ਰਹੇ ਹਾਂ, ਜੋ ਵੀ ਮਰਜ਼ੀ ਅਸੀਂ ਕਰ ਰਹੇ ਹਾਂ, ਦੈਟ ਇਜ਼ ਸ਼ਬਦ। ਹੁਣ ਉਹਦੇ ਵਿੱਚ ਜੇ ਮੇਰੀ ਸੁਰਤੀ ਜੁੜ ਗਈ, ਜੇ ਮੇਰੀ ਸੁਰਤੀ ਜੁੜ ਗਈ ਹੈ, which means I am the right path। ਔਰ ਸੁਰਤੀ ਜੁੜਦੀ 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 ਇੰਨੀ ਜੁੜਦੀ ਜਾਵੇਗੀ ਕਿ ਜਦੋਂ ਸੁਰਤੀ ਜੁੜ ਜਾਂਦੀ ਹੈ, ਥਾਟ ਤੇ ਖਤਮ ਹੋ ਜਾਂਦੇ। ਜਦੋਂ ਥਾਟ ਖਤਮ ਹੋ ਗਿਆ ਤੇ ਬਾਕੀ ਕੀ ਰਹਿ ਗਿਆ? ਬਾਕੀ ਤੇ ਫਿਰ ਜੁੜਨਾ ਹੀ ਰਹਿ ਗਿਆ। ਲੇਕਿਨ ਕੀ ਹੈ, ਉਸ ਅਵਸਥਾ ਤੱਕ ਜਦੋਂ ਅਸੀਂ ਪਹੁੰਚ ਜਾਂਦੇ ਹਾਂ, ਇਹ ਤਾਂ ਨਹੀਂ ਕਿ ਇੱਕਦਮ ਮਤਲਬ
उस अवस्था से बिल्कुल एंड तक पहुंच जावांगे, मतलब शुरू भी चलो शुरू भी होना बड़ी वड्डी गल है। जदों असीं उस अवस्था ते पहुंच जाने आ ते ट्रांसफॉर्मेशन उदों हुंदी। Do we understand the meaning of transformation? डॉली जी तुसी बोल नहीं रहे आज बिल्कुल, तुसी है भी हो कि नहीं? हाँ नहीं भैन जी मैं सीगी नहीं जी, मैं बिल्कुल हुणे आई हाँ। हाँ जी ठीक है ठीक है। हाँ सो जी हुण जदों असीं की बोल रही सी मैं भुल गई, जदों असीं मैं ये विच में लिखे ना ट्रांसफॉर्मेशन, ट्रांसफॉर्मेशन की है कि साडे अंदर वो तब्दीलियां आंदियां, जिस तरह असीं जेड़ा अगेन वी कम बैक टू द टॉपिक कि दुख नूं सहारना किवें, दुख दुख नहीं लगदा, प्रॉब्लम प्रॉब्लम नहीं लगदी, आनंद दी अवस्था रहिंदी है। सब कदों ट्रांसफॉर्मेशन हुंदी? ट्रांसफॉर्मेशन तो बिना असीं किधरे भी नहीं पहुंचे। साडी उन्नति की है ट्रांसफॉर्मेशन। असीं सारी जेड़ा मतलब असीं साडा एसेंस गुरु ग्रंथ साहब दा ते यही है ना, जो नर दुख में दुख नहीं माने, सुख संयोल पैनी जागे कंचन माटी माने, हर एक सुख ते रहने। मतलब हुण असीं वो टोटली ते नहीं बन सकदे, पर एटलीस्ट सानू ये पता है कि दैट इज अ पाथ, दैट इज अ एंड जिथे जाना है। असीं वी शुड मेक द बिगनिंग। सो बिगनिंग असीं किस तरह करना है? वो साडा शब्द सुर प्राणा, सोर्स की है प्राणा, सुरती नाल जुड़ना प्राणा दे थ्रू। जदों सानू एक बारी सुरती दे नाल जुड़ना आ गया, फिर की ये एक आनंदी अवस्था बन जाती। वो आनंदी अवस्था इन्नी इंटरेस्टिंग हुंदी है, इन्नी इंटरेस्टिंग हुंदी है कि तुहानू फिर दुनिया दीयां सारियां खुशियां, सारे खाने पीने, सारे सोशल, सारे एंटरटेनमेंट ओदे सामने बिल्कुल फिक्के लगदे। यूं ही तुहाडे कोल टाइम होया, तुसीं कहा मैं ते बैठन लगा, मैं ते क्यों? ओदे विच आनंद ही इन्ना ज्यादा, ओदे इन्ना आनंद, इन्नी ब्लिस है कि तुसीं कहंदे हो मैनूं ते इन्नी खुशी ते मैनूं जिंदगी च कदी मिली ही नहीं। ਉਹ ਸਟੇਜ ਹੁੰਦੀ ਏ ਜਦੋਂ ਕਿ ਟ੍ਰਾਂਸਫਰਮੇਸ਼ਨ ਹੁੰਦੀ ਹੈ। ਤੁਹਾਡੇ ਅੰਦਰ ਜਿਹੜੇ ਵਿਕਾਰ ਨੇ ਉਹ ਤੁਸੀਂ ਦੇਖੋ, ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਉਹਨਾਂ ਵਿੱਚ ਆ ਹੀ ਨਹੀਂ ਸਕਦੇ। ਤੁਸੀਂ ਇਹਦੇ ਐਂਟਰ ਗੁੱਸਾ ਹੀ ਨਹੀਂ ਕਰ ਸਕੋਗੇ, ਗ੍ਰੀਡ ਹੀ ਨਹੀਂ ਕਰ ਸਕੋਗੇ। ਉਹ ਸਾਰੇ ਆਪਣੇ ਆਪ, ਭਾਵੇਂ ਅਸੀਂ ਇੱਕ ਇੱਕ ਕਰਕੇ ਕਿੰਨੀ ਕੋਸ਼ਿਸ਼ ਕਰੀਏ, ਅਸੀਂ ਕਾਮਯਾਬ ਨਹੀਂ ਹੋ ਸਕਦੇ। ਇੱਕ ਇੱਕ ਕਰਕੇ ਵੀ ਕੋਸ਼ਿਸ਼ ਕਰਨੀ ਹੈ, ਬਟ ਕੋਸ਼ਿਸ਼ ਇਹ ਕਰਨੀ ਹੈ ਕਿ ਸਾਡੇ ਅੰਦਰ ਉਹ ਚੇਂਜ ਜਿਹੜਾ ਆਤਮਿਕ ਚੇਂਜ ਇੰਨਾ ਆਵੇ ਕਿ ਇਹ ਜਿਹੜੀਆਂ ਖੁਸ਼ੀਆਂ ਦੁਨਿਆਵੀ ਖੁਸ਼ੀਆਂ ਨੇ ਉਹਦੇ ਮੁਕਾਬਲੇ ਤੇ ਸਾਨੂੰ ਬਿਲਕੁਲ ਹੀ ਦਿਸਣ ਕਿ ਕੁਝ ਹੈ ਹੀ ਨਹੀਂ, ਕਿਉਂਕਿ ਉਹਦੇ ਚ ਆਨੰਦ ਹੀ ਬੜਾ ਹੈਗਾ। ਜਿੰਨਾ ਉਹਦੇ ਚ ਆਨੰਦ ਹੈਗਾ, ਬਾਕੀ ਮੈਂ ਦੁਨੀਆ ਵੀ ਚਲਾਵਾਂਗੀ, ਘਰ ਵੀ ਚਲਾਵਾਂਗੀ, ਨੌਕਰੀ ਵੀ ਕਰਾਂਗੀ, but in that spirit I will running my life on the basis of that spirit। ਪਰ ਉਹ ਪ੍ਰੋਗਰੈਸ ਕਿਵੇਂ ਹੁੰਦੀ ਹੈ? ਸੁਰਤੀ ਦੇ ਥਰੂ। ਐਂਡ ਸੁਰਤੀ ਨੂੰ ਹੁਣ ਕਿਸ ਤਰ੍ਹਾਂ ਉੱਪਰ ਲੈ ਕੇ ਜਾਣਾ, ਇਹ ਬੜਾ ਮੁਸ਼ਕਿਲ ਹੈ। ਜਿਹੜੇ ਲੋਕੀ ਸਿਮਰਨ ਕਰਦੇ ਨੇ ਜਾਂ ਮੈਡੀਟੇਸ਼ਨ ਕਰਦੇ ਨੇ, ਉਹਨਾਂ ਨੂੰ ਕੁਝ ਤਜਰਬਾ ਜਿਹੜਾ ਉਹ ਜ਼ਰੂਰ ਹੋਏਗਾ। ਮੈਂ ਕਹਿਣ ਵਾਲੀ ਸੀ, ਤੁਸੀਂ ਸੁਰਤੀ ਕਹਿਣਾ, ਜਾਂ ਤਾਂ ਸਵੇਰੇ ਦਿਲ ਲੱਗਦਾ, ਇਫ ਯੂ ਆਰ ਡਿਟੈਚ ਔਨ ਐਵਰੀਥਿੰਗ ਲਾਈਕ अर्ਲੀ ਮਾਰਨਿੰਗ ਔਰ ਲੇਟ ਨਾਈਟ, ਆਈ ਥਿੰਕ ਮੇਰੇ ਵਾਸਤੇ ਉਹ ਟਾਈਮ ਚੰਗਾ ਹੁੰਦਾ। ਸਾਰਾ ਕੁਝ ਭੁੱਲ ਕੇ, ਸਾਰਾ ਕੁਝ ਪਰੇ ਕਰਕੇ ਨਾ, ਫਿਰ ਤੁਸੀਂ ਧਿਆਨ ਲਾ ਕੇ ਕਰ ਸਕਦੇ ਹੋ। ਫॉर मी दैट वर्क्स ਸਵੇਰੇ ਜਾਂ ਰਾਤ ਨੂੰ। ਨਹੀਂ, ਉਹ ਤੇ ਬਹੁਤ ਹੀ ਅੱਛਾ। ਟਾਈਮ ਦੀ ਤੇ ਕੋਈ ਤੁਸੀਂ ਸੋਚੋ ਹੀ ਨਾ ਕਿ ਟਾਈਮ ਦੀ ਕੋਈ ਸੋਚ ਹੈ। ਟਾਈਮ ਤੇ ਤੁਹਾਨੂੰ ਜਿਹੜਾ ਵੀ ਮਿਲਦਾ ਨਾ, ਜਦੋਂ ਤੁਹਾਡਾ ਮਨ ਲੱਗਦਾ, ਉਹੀ ਅੰਮ੍ਰਿਤ ਵੇਲਾ ਹੈ। ਜਦੋਂ ਤੁਹਾਡਾ ਮਨ ਲੱਗ, ਜਦੋਂ ਤੁਹਾਨੂੰ ਮਤਲਬ ਤੁਸੀਂ ਸਮਝਦੇ ਹੁਣ ਮੈਂ ਫ੍ਰੀ ਹਾਂ, ਮੇਰਾ ਧਿਆਨ ਕਿਸੇ ਪਾਸੇ ਨਹੀਂ, ਦੈਟ ਇਜ਼ ਦਾ ਬੈਸਟ ਟਾਈਮ। ਸੋ ਹੁਣ ਤੁਸੀਂ ਕਿਸ ਤਰ੍ਹਾਂ, ਮਤਲਬ ਤੁਹਾਡੇ ਵਿੱਚ ਕੋਈ ਹੈ ਜਿਹੜਾ ਕਿ ਬ੍ਰੈਥ ਦੇ ਨਾਲ ਜੁੜਦਾ ਹੈਗਾ, ਜਿਹੜਾ ਪ੍ਰਾਣਾ ਦੇ ਨਾਲ ਜੁੜਦਾ, ਜਿਹੜਾ ਪਵਨ ਦੇ ਨਾਲ ਜੁੜਦਾ ਹੈ ਕੋਈ? ਪੂਨਮ ਜੀ ਹੈ ਤੁਹਾਨੂੰ ਕੋਈ ਐਕਸਪੀਰੀਅੰਸ? ਪੂਨਮ ਜੀ ਨੂੰ ਹੈ ਕੋਈ ਐਕਸਪੀਰੀਅੰਸ? ਮੈਨੂੰ ਮੈਂ ਪਤਾ। ਹਾਂਜੀ ਆਂਟੀ, I tried that। ਹਾਂ, ਸੋ ਥੋੜਾ ਜਿਹਾ ਤੁਸੀਂ ਐਕਸਪਲੇਨ ਕਰੋ।
explain auntie ਮੈਨੂੰ words ਨਹੀਂ ਕਰਨਾ ਆਂਦਾ but it just it works. ਹਾਂਜੀ it works and it's a very you somehow ਲੱਗਦਾ ਕਿ ਜਿੱਦਾਂ connection ਜੁੜ ਗਿਆ ਹੋਇਆ ਹਾਂਜੀ very good ਬਹੁਤ ਅੱਛਾ so now it's a lesson for all of us ਕਿ breath ਨੂੰ ਜੋੜਨ ਦੇ ਬਹੁਤ ਸਾਰੇ ਤਰੀਕੇ ਨੇ ਹੁਣ ਕਿਹਨੂੰ ਕਿਹੜਾ ਆਸਾਨ ਲੱਗਦਾ ਹੈ ਐਂਡ ਕੁਝ ਤਰੀਕੇ ਨੇ ਜਿਹੜੇ ਬੜੇ ਇੰਟੈਂਸ ਨੇ ਪਰ ਉਹ ਮੈਂ ਸੁਜੈਸਟ ਨਹੀਂ ਕਿਸੇ ਨੂੰ ਕਰਾਂਗੀ ਕਿਉਂਕਿ ਉਹਦੇ ਵਿੱਚ ਕਈ ਵਾਰੀ ਕੁਝ ਕਿਉਂਕਿ ਉਹ ਇੰਨੇ ਫਾਸਟ ਨੇ ਔਰ ਇੰਨੇ ਇੰਟੈਂਸ ਨੇ ਉਹਦੇ ਵਿੱਚ ਕੁਝ ਪ੍ਰੋਬਲਮ ਆ ਸਕਦੇ ਨੇ ਔਰ ਉਹ ਤੇ ਜਿਹੜਾ ਵੀ ਕਰੇਗਾ ਉਹ ਆਪਣਾ ਇੰਡੀਪੈਂਡੈਂਟ ਤਰੀਕੇ ਨਾਲ ਕਰੇਗਾ ਸੋ ਮੈਂ ਤੁਹਾਨੂੰ ਇੱਕ ਜਿਹੜਾ ਬੜਾ ਆਸਾਨ ਤਰੀਕਾ ਹੈਗਾ ਉਹ ਦੱਸ ਦਿੰਦੀ ਹਾਂ ਜਿਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗਾ ਸੋ ਉਹ ਇੱਕ ਜਿਹੜਾ ਅੱਗੇ ਵੀ ਅਸੀਂ ਇੱਕ ਵਾਰੀ ਮੈਂਸ਼ਨ ਕਰ ਚੁੱਕੇ ਹਾਂ ਕਿ ਬ੍ਰੈਥ ਨੂੰ ਵਾਚ ਕਰਨਾ ਮੀਨਸ ਸਾਹ ਆ ਰਿਹਾ ਸਾਹ ਜਾ ਰਿਹਾ ਪੂਰੀ ਅਟੈਂਸ਼ਨ ਜੇ ਤੁਸੀਂ ਇਹਦੇ ਤੇ ਪਾਵੋ ਤੇ ਹੋਰ ਕਿਸੇ ਪਾਸੇ ਆਪਣਾ ਵਿਚਾਰ ਨਾ ਜਾਣ one thing ਇਹ ਜਿਹੜੀ ਬੜੀ ਇੰਟੈਂਸ ਇੱਕ ਹੈਗੀ ਹੈ ਆਪਣਾ ਪ੍ਰੈਕਟਿਸ ਇਹਨੂੰ ਵਿਪਾਸਨਾ ਕਹਿੰਦੇ ਨੇ ਉਹਨਾਂ ਦਾ ਤੇ ਸਾਰਾ ਇਹਦੇ ਤੇ ਧਿਆਨ ਹੈ ਕਿਉਂਕਿ ਤੁਸੀਂ ਇਸ ਤਰ੍ਹਾਂ ਨੋਜ਼ ਦੇ ਟਿਪ ਤੇ ਧਿਆਨ ਰੱਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਸਾਹ ਆ ਰਿਹਾ ਜਾ ਰਿਹਾ ਜਦ ਤੁਸੀਂ ਇੱਕ ਚੀਜ਼ ਤੇ ਕਨਸੈਂਟਰੇਟ ਕਰ ਰਹੇ ਹੋ ਤੇ ਦੂਸਰੇ ਵਿਚਾਰ ਨਹੀਂ ਆਣ ਸੋ ਇੱਕ ਤਰੀਕਾ ਤੇ ਇਹ ਹੈ ਸ਼ੁਰੂ ਵਿੱਚ ਤੇ ਹੋ ਸਕਦਾ ਵਿੱਚ ਧਿਆਨ ਪੂਰਾ ਨਾ ਲੱਗੇ ਪਰ ਹੌਲੀ ਹੌਲੀ ਧਿਆਨ ਉਹਦੇ ਚ ਲੱਗ ਜਾਂਦਾ ਦੂਸਰਾ ਇਹ ਹੈ ਕਿ ਜਦੋਂ ਤੁਸੀਂ ਸਾਹ ਲੈਂਦੇ ਹੋ ਉਦੋਂ ਵਾਹਿ ਕਹੋ ਜਦੋਂ ਕੱਢਦੇ ਹੋ ਉਦੋਂ ਗੁਰੂ ਕਹੋ ਯੂਜੂਅਲੀ ਜਿਹੜੇ ਸਾਡੇ ਪ੍ਰੈਕਟੀਸ਼ਨਰ ਨੇ ਉਹ ਇਹ ਸਿਖਾਉਂਦੇ ਨੇ ਵਾਹਿਗੁਰੂ ਵਾਹਿਗੁਰੂ ਹੁਣ ਕਿਹਨੂੰ ਕੀ ਸੂਟ ਕਰਦਾ ਇਟ ਡਿਪੈਂਡਸ ਫਰਮ ਪਰਸਨ ਟੂ ਪਰਸਨ ਕਈਆਂ ਨੂੰ ਤਾਂ ਸਿਰਫ ਚੁੱਪ ਕਰਕੇ ਬ੍ਰੈਥ ਨੂੰ ਦੇਖਣੇ ਸੂਟ ਜ਼ਿਆਦਾ ਕਰਦਾ ਕਈਆਂ ਨੂੰ ਵਾਹਿਗੁਰੂ ਕਹਿਣ ਦੇ ਨਾਲ ਜੁੜ ਜਾਂਦੇ ਨੇ ਉਹ ਜ਼ਿਆਦਾ ਸੂਟ ਕਰਦਾ ਸੋ ਡਿਪੈਂਡ ਕਰਦਾ ਹੈ ਕਿ ਜਿਹਨੂੰ ਕਿਹਨੂੰ ਕੀ ਸੂਟ ਕਰਦਾ ਇੱਕ ਤਰੀਕਾ ਹੈ ਕਿ ਤੁਸੀਂ ਬ੍ਰੈਥ ਨੂੰ ਉਤਲੇ ਪਾਸੇ ਲੈ ਕੇ ਜਾਓ ਮੱਥੇ ਵੱਲ ਥੋੜਾ ਜਿਹਾ ਮੁਸ਼ਕਿਲ ਹੈ ਮੋਸਟ ਇਫੈਕਟਿਵ ਜਦੋਂ ਤੁਸੀਂ ਮੱਥੇ ਵੱਲ ਲੈ ਕੇ ਜਾਂਦੇ ਹੋ ਤੇ ਕਿਉਂਕਿ ਸੈਂਟਰ ਜਿਹੜਾ ਬ੍ਰੇਨ ਦਾ ਹੈ ਉਹ ਹੈਡ ਵਿੱਚ ਹੈ ਉਹ ਬ੍ਰੇਨ ਸੈਂਟਰ ਜਿਹੜੇ ਨੇ ਸਾਰੇ ਮਤਲਬ ਡਿਸਟਰਬ ਨੇ ਉਹ ਕੁਆਇਟ ਹੋ ਜਾਂਦੇ ਨੇ ਉਹ ਕੁਆਇਟ ਹੋਣ ਨਾਲ ਬੜੀ ਸ਼ਾਂਤੀ ਆ ਜਾਂਦੀ ਹੈ ਔਰ ਉਹਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਉਹਦੇ ਵਿੱਚ ਇੱਕ ਮਾਈਂਡਿੰਗ ਜਿਹੀ ਹੋ ਗਈ ਹੈ ਹੁਣ ਸੁਰਤੀ ਜਿਹੜੀ ਹੈ ਇੱਧਰ ਉੱਧਰ ਨਹੀਂ ਜਾਂਦੀ ਸੁਰਤੀ ਉੱਥੇ ਦੀ ਉੱਥੇ ਰਹਿੰਦੀ ਹੈ this is also one of the methods and ਇਸ ਤੋਂ ਫਿਰ ਥੋੜੇ ਹੋਰ ਕੰਪਲਿਕੇਟਡ ਨੇ ਉਹ ਤੇ I don't want to discuss with and ਇਹ ਜਿਹੜੇ ਨੇ ਸਿੰਪਲ these are the simplest ਤਰੀਕੇ ਇਸ ਤੋਂ ਅੱਗੇ ਕੰਪਲਿਕੇਟਡ ਵੀ ਹੈਗੇ ਨੇ ਪਰ ਜੇ ਜਿਉਂ ਅਸੀਂ ਅੱਗੇ ਵਧਾਂਗੇ ਤੇ ਫਿਰ ਅਸੀਂ ਉਹ ਮੈਥਡ ਵੀ ਲੈ ਸਕਦੇ ਹਾਂ which are more effective ਬਟ ਸ਼ੁਰੂ ਦੇ ਵਿੱਚ ਤੇ ਇਹ ਜਿਹੜੇ ਨੇ ਇਹ ਸੂਟੇਬਲ ਹੈਗੇ ਨੇ ਸੋ ਮੇਨ ਚੀਜ਼ ਕਿ ਜਦੋਂ ਤੁਹਾਡੀ ਸੁਰਤੀ ਜੁੜ ਗਈ ਔਰ ਜੋ ਹੋ ਰਿਹਾ ਹੈ ਉਹਦੇ ਨਾਲ ਯੂ ਆਰ ਵਨ ਵਿਦ ਦੈਟ ਮੇਰਾ ਤੇ ਸ਼ਬਦ ਦੇ ਨਾਲ ਬਹੁਤ ਮਨ ਲੱਗਦਾ ਹੈ ਸ਼ਬਦ ਦੇ ਨਾਲ ਹਰ ਇੱਕ ਦੀ ਅਲੱਗ ਆਪਣੀ ਲਾਈਕਿੰਗ ਹੈ ਸਿਮਰਨ ਹੈ ਆਪਣਾ ਪਾਠ ਹੈ ਸ਼ੁਰੂ ਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਜਪਜੀ ਸਾਹਿਬ ਦਾ ਪਾਠ ਜਦੋਂ ਕਰਦੇ ਹੁੰਦੇ ਸੀ ਤੇ ਕੀ ਹੁੰਦਾ ਸੀ ਕਿ ਪਾਠ ਕਰਦਿਆਂ ਪਾਠ ਅੰਦਰ ਚੱਲਣ ਲੱਗ ਜਾਂਦਾ ਸੀ ਤੇ ਜਿਹੜੀ ਆਪਣਾ ਜੇਬ ਸੀ ਉਹ ਜੇਬ ਬੰਦ ਹੋ ਜਾਂਦੇ ਸੀ ਸੋ ਇਸ ਤਰ੍ਹਾਂ ਹੀ ਕਈਆਂ ਦਾ ਪਾਠ ਦੇ ਨਾਲ ਜੁੜ ਜਾਂਦਾ
ਸੋ ਉਹ ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤੇ ਇਹ ਵੇ ਕਿ ਜੋ ਤੁਸੀਂ ਪਾਠ ਕਰ ਰਹੇ ਹੋ ਉਹਦਾ ਗਹਿਰਾਈ ਦੇ ਵਿੱਚ ਸਮਝ, ਉਹਦੀ ਸਮਝ ਬਹੁਤ ਜ਼ਰੂਰੀ ਹੈ। ਜੇ ਉਹਦੀ ਗਹਿਰਾਈ ਦੇ ਵਿੱਚ ਸਮਝ ਨਹੀਂ ਨਾ ਹੋਏਗੀ ਆਪਣਾ, ਹੁਣ ਦੇਖੋ ਜਿਹੜੀ ਮੇਨ ਉਹਨਾਂ ਨੇ ਬੜਾ ਜ਼ੋਰ ਦਿੱਤਾ ਸੁਣੀਏ ਤੇ, ਸੁਣੀਏ ਤੇ ਕਿਉਂ ਜ਼ੋਰ ਦਿੱਤਾ ਹੈਗਾ ਏ ਕਿ ਜੇਕਰ ਅਸੀਂ ਜੋ ਧਿਆਨ ਨਾਲ ਸੁਣਾਂਗੇ ਉਹ ਹੀ ਸਾਡੇ ਅੰਦਰ ਗ੍ਰਹਿਣ ਹੋਏਗਾ, ਉਹ ਹੀ ਸਾਨੂੰ ਸਮਝ ਆਏਗੀ। ਤੇ ਜੇ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ, ਉਹ ਗ੍ਰਹਿਣ ਹੀ ਨਹੀਂ ਹੋਇਆ, ਤੇ ਮਨ ਤੇ ਬਦਲੇਗਾ ਨਹੀਂ, ਧਿਆਨ ਤੇ ਲੱਗੇਗਾ ਨਹੀਂ। ਸੋ ਬੜਾ ਜ਼ਰੂਰੀ ਹੈ ਕਿ ਅਸੀਂ ਬਾਣੀ ਦੇ ਗਹਿਰਾਈ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ, ਭਾਵੇਂ ਅਸੀਂ ਸ਼ਬਦ ਕਰ ਰਹੇ ਹਾਂ, ਭਾਵੇਂ ਅਸੀਂ ਪਾਠ ਕਰ ਰਹੇ ਹਾਂ, ਭਾਵੇਂ ਅਸੀਂ 2 ਪੌੜੀਆਂ, ਭਾਵੇਂ ਮੂਲ ਮੰਤਰ ਦੇ ਪਾਠ ਸਿਰਫ ਕਰ ਰਹੇ, ਈਵਨ ਤੁਸੀਂ ਮੂਲ ਮੰਤਰ ਵੀ ਸਿਰਫ ਕਰੋ ਨਾ, ਤੇ ਸ਼ੁਰੂ ਚ ਮੈਂ ਤੇ ਪਹਿਲਾਂ ਮੂਲ ਮੰਤਰ ਤੇ ਪਹਿਲੀਆਂ 2 ਪੌੜੀਆਂ ਦੇ ਨਾਲ ਹੀ ਕਰਦੀ ਹੁੰਦੀ ਸੀ, ਤੇ ਫਿਰ ਅਖੀਰ ਦੇ ਵਿੱਚ ਮੂਲ ਮੰਤਰ ਹੀ ਸਿਰਫ ਰਹਿ ਗਿਆ ਸੀਗਾ। ਹੌਲੀ ਹੌਲੀ ਜਿਹੜਾ ਨਾ ਬਾਣੀ ਘਟਦੀ ਜਾਏਗੀ ਔਰ ਤੁਹਾਡਾ ਧਿਆਨ ਜਿਹੜਾ ਉਹ ਵੱਧਦਾ ਜਾਏਗਾ, ਕਿਉਂਕਿ ਹੁਣ ਸਾਰਾ ਧਿਆਨ ਵਿੱਚ ਚਲਾ ਗਿਆ। ਜੋ ਵੀ ਤੁਸੀਂ ਕਰ ਰਹੇ ਉਹਦਾ ਮੀਨਿੰਗ ਡੀਪਲੀ ਆਣਾ ਚਾਹੀਦਾ। ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਪਉ, ਦੁੱਖ ਪਰ ਹਰ ਸੁਖ ਕਰ ਲੈ ਜਾਓ। ਕਿਸ ਤਰ੍ਹਾਂ ਦੁੱਖ ਬੇ ਦੂਰ ਹੋਣਗੇ, ਸੁਖ ਕਿਵੇਂ ਆਏਗਾ? ਕਿਉਂਕਿ ਮੈਂ ਬਾਣੀ ਨੂੰ ਧਿਆਨ ਦੇ ਨਾਲ ਸੁਣਿਆ, ਔਰ ਮੈਂ ਸੁਣਿਆ ਜਿਹੜਾ ਉਹਦਾ ਮੈਨੂੰ ਅਰਥ ਪੂਰਾ ਸਮਝ ਆ ਗਿਆ, ਉਹਦਾ ਅਰਥ ਪੂਰਾ ਮੈਨੂੰ ਸਮਝ ਆ ਗਿਆ, ਤੇ ਮਨ ਹੁਣ ਉਹਦੇ ਨਾਲ ਬਿਲਕੁਲ ਜੁੜ ਜਾਂਦਾ। ਜਦੋਂ ਸੁਣਨਾ ਵਾ ਉਹਨੂੰ, ਜਦੋਂ ਉਹਨੂੰ ਮੈਂ ਪੜ੍ਹਨਾ ਵਾ, ਤੇ ਉਹਦੇ ਨਾਲ ਮੇਰਾ ਮਨ ਪੂਰਾ ਜੁੜ ਜਾਂਦਾ। ਜਦੋਂ ਮੇਰਾ ਮਨ ਜੁੜ ਜਾਂਦਾ ਹੈ ਤੇ ਉਹਦੇ ਵਿੱਚ ਮੇਰੀ ਸੁਰਤੀ ਲੱਗ ਜਾਂਦੀ ਹੈਗੀ। ਮੇਨਲੀ ਜਿਹੜਾ ਹੈਗਾ ਸੁਰਤ ਲੱਗਣੀ ਹੀ ਮੇਨ ਚੀਜ਼ ਹੈਗੀ। ਜਦੋਂ ਤੁਹਾਡੀ ਸੁਰਤੀ ਲੱਗ ਜਾਂਦੀ ਹੈ ਤੇ ਫਿਰ ਤੁਹਾਡੀ ਟ੍ਰਾਂਸਫਰਮੇਸ਼ਨ ਆਪਣੇ ਆਪ ਹੁੰਦੀ ਜਾਂਦੀ ਹੈ। ਫਿਰ ਤੁਸੀਂ ਕੋ ਕਰ ਹੀ ਨਹੀਂ ਸਕਦੇ ਜੋ ਗਲਤ ਹੈ। ਤੁਹਾਨੂੰ ਕਿਸੇ ਦੀ ਗੱਲ ਦਾ ਗੁੱਸਾ ਵੀ ਨਹੀਂ ਲੱਗਦਾ ਹੈਗਾ। ਤੁਹਾਨੂੰ ਇੰਨਾ ਸ਼ੌਕ ਹੋ ਜਾਂਦਾ ਆਪਣੇ ਅੰਦਰ ਜਾਣ ਦਾ ਕਿ ਬਾਕੀ ਸਭ ਕੁਝ ਤੁਹਾਨੂੰ ਬੇਕਾਰ ਲੱਗਦਾ। ਮੇਰੇ ਨਾਲ ਕਿਸੇ ਨੇ ਜ਼ਿਆਦਤੀ ਕੀਤੀ, ਮੈਂ ਕਿਉਂ ਉਹਦੇ ਬਾਰੇ ਸੋਚਾਂ, ਮੈਂ ਤੇ ਮੇਰਾ ਧਿਆਨ ਸਾਰਾ ਇਸ ਪਾਸੇ। ਸੋ ਕੋਈ ਵੀ ਗੱਲ ਹੁੰਦੀ ਉਹਦੇ ਤੁਹਾਡਾ ਧਿਆਨ ਹੀ ਨਹੀਂ ਜਾਂਦਾ। ਹੁਣ ਜਦੋਂ ਉਧਰ ਧਿਆਨ ਹੀ ਨਹੀਂ ਜਾਏਗਾ ਐਕਸਟਰਾ ਚੀਜ਼ਾਂ ਵੱਲ, ਤੇ ਤੁਹਾਡੀ ਸੁਰਤ ਹੋਰ ਗਹਿਰੀ ਹੁੰਦੀ ਜਾਏਗੀ, ਔਰ ਸੁਰਤ ਗਹਿਰੀ ਹੁੰਦੀ ਜਾਏਗੀ ਤੇ ਧਿਆਨ ਹੋਰ ਘਟ ਜਾਏਗਾ, ਧਿਆਨ ਘਟ ਜਾਏਗਾ, ਸੁਰਤ ਹੋਰ ਗਹਿਰੀ ਹੁੰਦੀ ਜਾਏਗੀ। ਸੋ ਇਟਸ ਵਾਈਸ ਵਰਸਾ। ਸੋ ਇਟਸ ਅ ਪ੍ਰੋਸੈਸ ਐਂਡ ਇਹਨਾਂ ਤੇ ਮਤਲਬ ਨਹੀਂ ਸੌਖਾ। ਹੌਲੀ ਹੌਲੀ ਸੁਰਤ ਜੁੜਦੀ ਬੜੀ ਗਹਿਰਾਈ ਵਿੱਚ ਚਲੀ ਜਾਂਦੀ ਹੈ। ਐਂਡ ਜੇ ਅਸੀਂ ਆਤਮਿਕ ਉન્નਤੀ ਤੇ ਲੱਗੇ ਹੋਏ ਹਾਂ ਤੇ ਫਿਰ ਸਾਨੂੰ ਗਹਿਰਾਈ ਵਿੱਚ ਜਾ ਕੇ ਉੱਥੋਂ ਤੱਕ ਕਿਵੇਂ ਪਹੁੰਚਾਂਗੇ ਜਿੱਥੋਂ ਤੱਕ ਸਾਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕਹਿ ਰਹੀ ਹੈਗੀ। ਸੋ ਇਹ ਥੋੜਾ ਜਿਹਾ ਮੁਸ਼ਕਿਲ ਤੇ ਹੈ, ਪਰ ਸ਼ੁਰੂ ਤੇ ਕਰਨਾ ਹੀ ਹੈ ਨਾ। ਸ਼ੁਰੂ ਕਰਕੇ ਅੱਗੇ ਵੀ ਵਧਣਾ। ਤੁਹਾਡੇ ਚੋਂ ਕਈ ਤੇ ਕਰ ਵੀ ਰਹੇ ਹੈਗੇ ਨੇ, ਔਰ ਮਤਲਬ ਕਰ ਵੀ ਸਕਦੇ ਹੈਗੇ ਨੇ, ਕਿਉਂਕਿ ਗੁਰਬਾਣੀ ਦਾ ਤੁਹਾਨੂੰ ਲੋਕਾਂ ਨੂੰ ਤੇ ਕਾਫੀ ਗਿਆਨ ਆ। ਗੁਰਬਾਣੀ ਦੀ ਸਮਝ ਬੜੀ ਅੱਗੇ ਲੈ ਜਾਂਦੀ ਹੈਗੀ। ਇਹਨੂੰ ਜੇ ਤੁਸੀਂ ਕੋਈ ਸਵਾਲ ਕਰੋ। ਹਾਂਜੀ ਭੈਣ ਜੀ, ਮੇਰਾ ਤਾਂ ਕੋਈ ਸਵਾਲ ਨਹੀਂ ਹੈਗਾ। ਮੈਂ ਸੁਣਦੀ ਪਈ ਹਾਂ, ਟਰਾਈਂਗ ਕਿ ਕੁਝ ਅੱਗੇ ਵੱਧ ਸਕੀਏ ਅਸੀਂ ਵੀ। ਨਹੀਂ ਬਿਲਕੁਲ ਅੱਗੇ ਤੁਸੀਂ ਵਧ ਰਹੇ। ਤੁਸੀਂ ਗੁਰਬਾਣੀ ਜਿੰਨੀ ਕਰ ਰਹੇ ਹੋ ਨਾ ਬੜੀ ਗਹਿਰਾਈ ਨਾਲ, ਉਹ ਸਾਰੀ ਅੱਗੇ ਹੀ ਵਧਾ ਰਹੀ ਹੈ। ਬਟ ਓਨਲੀ ਥਿੰਗ ਅਸੀਂ ਹੁਣ ਕਹਿ ਰਹੇ ਹਾਂ ਕਿ ਸੁਰਤ ਵਿੱਚ ਲੈ ਕੇ ਜਾਣਾ। ਮਤਲਬ ਜੋ ਅਸੀਂ ਸੁਣ ਰਹੇ ਹਾਂ ਉਹਨੂੰ ਸੁਰਤੀ ਵਿੱਚ ਲੈ ਕੇ ਜਾਣਾ। ਜਿੰਨਾ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਅੱਗੇ ਉન્નਤੀ ਕੀਤੀ ਹੈ, ਮਤਲਬ ਇਹ ਜਿਹੜੇ ਸੰਤ ਸਾਧੂ ਹੈਗੇ ਨੇ, ਉਹ ਸੁਰਤੀ ਨਾਲ ਹੀ ਜੁੜੇ ਨੇ। ਤੁਹਾਨੂੰ ਪਤਾ ਜਦੋਂ ਸਮਾਧੀ ਵਿੱਚ ਬੈਠਦੇ ਸੀ ਉਹਨਾਂ ਨੂੰ ਹੋਸ਼ ਹੀ ਨਹੀਂ ਸੀ ਆਪਣੇ ਹੁੰਦੀ ਹੈਗੀ। ਸੋ ਹੌਲੀ ਹੌਲੀ ਧਿਆਨ ਇੰਨਾ ਲੱਗਦਾ ਜਾਂਦਾ ਹੈ ਕਿ ਫਿਰ ਬਾਹਰ ਧਿਆਨ ਜਾਂਦੇ ਨੇ। ਜੋ ਫਿਰ ਬਾਹਰ ਧਿਆਨ ਨਹੀਂ ਜਾਂਦਾ ਤੇ ਹੋਰ ਤੁਸੀਂ ਗਹਿਰਾਈ ਵਿੱਚ ਜਾਂਦੇ ਹੋ। ਹਾਂ ਸੁਰਜੀਤ ਗੱਲ ਦਾ ਜੀ ਤੁਸੀਂ ਬੋਲੋ। ਹਾਂਜੀ, ਇਸ ਤਰ੍ਹਾਂ ਕਿ ਕਿਸੇ ਵੇਲੇ ਲੱਗ ਜਾਂਦੀ ਹੈ ਜੀ, ਪਰ ਫਿਰ ਬਿਖਰ ਜਾਂਦੀ ਹੈ। ਕੋਈ ਗੱਲ ਨਹੀਂ। ਸਪੈਸ਼ਲੀ ਸਵੇਰ ਦੇ ਟਾਈਮ ਜਿਸ ਵੇਲੇ ਨਿਤਨੇਮ ਕਰਨੇ ਹਾਂ, ਹਾਂਜੀ, ਉਸ ਵੇਲੇ ਜਿਸ ਦਾ ਫਰਸਟ ਥਿੰਗ ਵੈਨ ਯੂ ਗੈਟ ਅਪ, ਤੇ I try to do through the Gurdwara ਜਿਹੜਾ ਲਾਈਫ ਸਿੱਖ ਮਤਲਬ ਗੁਰਦੁਆਰੇ ਸਵੇਰ ਦੇ ਟਾਈਮ ਸਭ ਬਾਣੀ ਚੱਲਦੀ ਹੈ ਸੁਖਮਨੀ ਸਾਹਿਬ ਤੋਂ। I try to wake up ਆਪਣੇ ਆਪ ਹੀ, ਮੈਂ ਅਲਾਰਮ ਨਹੀਂ ਲਗਾਉਂਦੀ ਹਾਂ,
ਜਿਸ ਵੇਲੇ ਵੀ ਮੇਰੀ ਨੀਂਦ ਖੁੱਲ ਜਾਏ ਮੈਂ ਉੱਥੋਂ ਹੀ ਸ਼ੁਰੂ ਹੋ ਜਾਂਦੀ ਹਾਂ। ਜੇ ਅਗਰ ਮੈਂ ਕਿਧਰੇ ਮਿਸ ਕਰ ਗਈ ਹਾਂ ਆਪਣਾ ਸਪੈਸ਼ਲੀ ਜਿਹੜੀ 5 ਬਾਣੀਆਂ ਦੇ ਪਾਠ ਵਿੱਚੋਂ, ਫਿਰ ਮੈਂ ਬਾਅਦ ਦੇ ਵਿੱਚ ਜਿਸ ਵੇਲੇ ਮੈਨੂੰ ਟਾਈਮ ਮਿਲਦਾ ਮੈਂ ਕੋਸ਼ਿਸ਼ ਕਰਨੀ ਆ ਲਗਾ ਕੇ ਫਿਰ ਬੈਠ ਕੇ ਸੁਣਾ, ਨਾਲ ਕਰਨੀ ਆ, ਨਾਲ ਕਰਨੀ ਆ। ਉਸ ਸਮੇਂ ਸਵੇਰ ਦਾ ਜਿਸ ਵੇਲੇ ਸੁਖਮਨੀ ਸਾਹਿਬ ਲੱਗਦਾ ਹੈ ਨਾ, ਉਸ ਵੇਲੇ ਮੇਰੀ ਕਈ ਵਾਰੀ ਬਿਰਤੀ ਲੱਗ ਜਾਂਦੀ ਹੈ, ਬਿਲਕੁਲ ਕੋਈ ਚੀਜ਼ ਦਾ ਖਿਆਲ ਨਹੀਂ ਆਉਂਦਾ, ਪਰ ਫਿਰ ਟੁੱਟ ਜਾਂਦੀ ਹੈ। ਬਹੁਤ ਅੱਛਾ। ਨਹੀਂ ਕੋਈ ਨਹੀਂ, ਫਿਰ ਹੌਲੀ ਹੌਲੀ ਡਿਵੈਲਪ ਹੁੰਦੀ ਨਾ, ਫਿਰ ਪਰਮਾਨੈਂਟ ਹਾਂ, ਪਰ ਮਨ ਭਟਕਦਾ ਪਰ ਨਾਟ ਸਵੇਰ ਦੇ ਟਾਈਮ, ਸਵੇਰ ਦੇ ਟਾਈਮ ਨਹੀਂ। ਬਸ ਠੀਕ ਹੈ। ਜੇਕਰ ਤੁਹਾਡੇ ਵੇਲੇ ਕਿਸੇ ਵੀ ਟਾਈਮ 'ਚ ਇੱਕ ਵਾਰੀ ਬਿਰਤੀ ਲੱਗਣੀ ਸ਼ੁਰੂ ਹੋ ਜਾਏ ਨਾ, ਤੇ ਉਹ ਫਿਰ ਪਰਮਾਨੈਂਟ ਹੁੰਦੀ ਜਾਂਦੀ ਹੈਗੀ, ਕੋਈ ਬਿਰਤੀ ਡਿਵੈਲਪ ਹੋ ਜਾਂਦੀ ਹੈ। ਇੱਕ ਵਾਰੀ ਲੱਗਣ ਦੀ ਗੱਲ ਹੈਗੀ, ਇੱਕ ਵਾਰੀ ਲੱਗਣੀ ਸ਼ੁਰੂ ਹੋ ਜਾਏ ਫਿਰ ਅੱਗੋਂ ਡਿਵੈਲਪ ਹੋ ਜਾਂਦੀ ਹੈ। ਉਹ ਕਹਿ ਹੈਗਾ ਨਾ, ਇਹ ਖੇਲ ਕਠਿਨ ਹੈ, ਬੜਾ ਮੁਸ਼ਕਿਲ ਸ਼ਬਦ ਹੈਗਾ ਨਾ, ਕਹੋ ਨਾਨਕ ਇਹ ਖੇਲ ਕਠਿਨ ਹੈ। ਕਿਨਹੋਂ ਗੁਰਮਤਿ ਉਹ ਇਹ ਨਾ ਖੰਨਿਓ ਤਿੱਖੀ ਵਾਲੋਂ ਨਿੱਕੀ, ਤੇ ਖੰਨਿਓ ਤਿੱਖੀ ਵਾਲੋਂ ਨਿੱਕੀ ਹੈ। ਹਾਂਜੀ ਕਿਉਂਕਿ ਦੁਨਿਆਵੀ ਗਿਆਨ ਕੋਸ਼ਿਸ਼ ਜਾਰੀ ਹੈ, ਕੋਸ਼ਿਸ਼ ਜਾਰੀ ਹੈ। That is all. ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਨਾ, ਪਰਮਾਤਮਾ ਤੇ ਤੁਹਾਡੀ ਬੜੀ ਮਦਦ ਕਰੇਗਾ, ਕਿਉਂਕਿ ਉਹਦਾ ਤੇ ਪਰਪਸ ਹੀ ਇਹ ਵੇ ਕਿ ਤੁਸੀਂ ਕਰੋ, ਮੈਂ ਤੇ ਖੜਾ ਹੈਗਾ ਤੁਹਾਡੀ ਮਦਦ ਕਰਨ ਵਾਸਤੇ। ਬਸ ਕੋਸ਼ਿਸ਼ ਅਸੀਂ ਕੋਸ਼ਿਸ਼ ਹੀ ਕਰ ਸਕਦੇ, ਹੋਰ ਕੁਝ ਨਹੀਂ ਕਰ ਸਕਦੇ। ਬਾਕੀ ਤੇ ਕਿਰਪਾ ਸਾਰੀ ਉਹਦੀ ਹੈ। ਹਾਂਜੀ ਜੀ ਪਰ ਮੇਰੇ ਕੋਲ ਜ਼ਿਆਦਾ ਮੈਂ ਖਾਲੀ ਸਰੋਤਿਆਂ ਵਿੱਚ ਮੇਰੇ ਕੋਲ ਜ਼ਿਆਦਾ I can't talk the way so many like Dolly Penji and all. ਮੇਰੇ ਕੋਲ ਬੋਲਿਆ ਨਹੀਂ ਜਾਂਦਾ ਜ਼ਿਆਦਾ, ਪਰ ਪਤਾ ਨਹੀਂ ਕੀ ਗੱਲ ਹੈ। ਨਹੀਂ ਤੁਸੀਂ ਬੜਾ ਅੱਛਾ ਬੋਲਿਓ, ਬਹੁਤ ਅੱਛਾ ਬੋਲਿਓ। ਮਤਲਬ ਤੇ ਕਿ ਕਨਵੇ ਕਰਨਾ ਤੁਸੀਂ ਇੱਕ ਭਾਵੇਂ ਇੱਕ ਲਾਈਨ ਵਿੱਚ ਕਰਕੇ, ਕੋਈ ਜ਼ਰੂਰੀ ਨਹੀਂ ਕਿ ਲੰਮੀ ਸਪੀਚ ਤੁਸੀਂ ਦੇਣੀ ਹੈ। ਤੁਸੀਂ ਬੜਾ ਅੱਛਾ ਬੋਲਿਆ, ਬਹੁਤ ਅੱਛਾ ਹੈਗਾ। ਅੱਛਾ ਜੀ, ਸ਼ੁਕਰੀਆ ਜੀ, ਬਹੁਤ ਅੱਛਾ, ਵੈਰੀ ਨਾਈਸ। ਇਹ ਤੁਹਾਡਾ ਕੰਟੀਨਿਊ ਰਹੇਗਾ ਨਾ ਤੇ ਪਰਮਾਨੈਂਟ ਹੋ ਜਾਏਗਾ। ਹਾਂਜੀ, ਤੁਹਾਡੀ ਦੁਆ ਚਾਹੀਦੀ ਹੈ। ਬਹੁਤ ਅੱਛਾ। ਬਸ ਪਰਮਾਤਮਾ ਜਿਹੜਾ ਨਾ, ਉਹ ਤੇ ਇਹ ਬੈਠਾ ਹੋਇਆ ਹੈ ਤੁਹਾਨੂੰ ਆਸ਼ੀਰਵਾਦ ਦੇਣ ਵਾਸਤੇ। ਕਹਿੰਦਾ ਤੁਸੀਂ ਲੱਗੋ ਤੇ ਸਹੀ, ਤੁਸੀਂ ਲੱਗੋ ਤੇ ਸਹੀ, ਮੈਂ ਤਾਂ ਤੁਹਾਡੇ ਨਾਲ ਮਦਦ ਕਰਨ ਨੂੰ ਤਿਆਰ ਹਾਂ। ਹਾਂਜੀ ਸ਼ੁਕਰੀਆ ਜੀ। ਕਮਲ ਜੀ ਤੁਸੀਂ ਨਹੀਂ ਅੱਜ ਕੱਲ ਬੋਲਦੇ, ਤੁਸੀਂ ਹੋ ਵੀ ਕਿ ਨਹੀਂ? ਹਾਂਜੀ ਆਂਟੀ ਜੀ, ਮੈਂ ਨਾ ਅੱਜ ਪਤਾ ਨਹੀਂ ਬੜੇ ਮਹੀਨਿਆਂ ਬਾਅਦ ਲੇਟ ਜੁਆਇਨ ਕੀਤਾ, ਬਟ ਮੈਨੂੰ ਮੇਰੀ ਮੀਟਿੰਗ ਥੋੜੀ ਜਲਦੀ ਖਤਮ ਹੋ ਗਈ ਸੀ, ਸੋ ਮੈਂ ਬਸ 15-20 ਮਿੰਟ ਹੋਏ ਨੇ, ਤੇ ਮੈਂ ਬਸ ਤੁਹਾਡੀ ਗੱਲ ਸੁਣ ਰਹੀ ਸੀ ਸੁਰਤੀ ਬਾਰੇ। ਤੇ I was just trying to imagine ਕਿ ਜੋ ਜਿਸ ਤਰ੍ਹਾਂ ਮੈਂ ਜੁੜ ਰਹੀ ਹਾਂ ਉਹਦੇ ਵਿੱਚ, you know, is breathing part of it or not? So as of now it is not. ਐਨੀ ਮੈਨੂੰ ਸਮਝ ਆ ਗਈ ਹੈ, ਕਿਉਂਕਿ I think ਜੇ ਬਰੀਦਿੰਗ ਨੂੰ ਵਿੱਚ ਪਾ ਲਈਏ ਨਾ, ਤੇ ਫਿਰ ਫੋਕਸ ਕਰਨਾ ਸ਼ਾਇਦ ਥੋੜਾ ਬੈਟਰ ਹੋਵੇ, ਕਿਉਂਕਿ ਨਹੀਂ ਤੇ ਮਨ ਭਟਕਦਾ ਤੇ ਬਹੁਤ ਹੈ, ਕਈ ਵਾਰੀ ਲੱਗ ਵੀ ਜਾਂਦਾ ਵੇ ਵਿਦਆਊਟ ਇਵਨ ਯੂ ਨੋ ਬਰੀਦਿੰਗ ਇਨ ਪਲੇਸ, ਜਦੋਂ ਕਿਰਪਾ ਹੁੰਦੀ ਹੈ। ਬਟ ਮੈਂ ਸੋਚ ਰਹੀ ਸੀ ਕਿ ਇਹਨੂੰ ਇਨਕੋਰਪੋਰੇਟ ਕਰਕੇ ਕਿਸ ਤਰ੍ਹਾਂ ਇਹਦਾ ਐਕਸਪੀਰੀਅੰਸ ਲਿੱਤਾ ਜਾਵੇ। ਬਿਲਕੁਲ, ਬਹੁਤ ਅੱਛਾ। ਧਿਆਨ ਲੱਗਣਾ ਤੁਹਾਡਾ ਲੱਗ ਜਾਂਦਾ ਤਾਂ ਬਹੁਤ ਅੱਛੀ ਗੱਲ ਹੈ। ਇਹ ਬਰੀਦਿੰਗ ਦੇ ਨਾਲ ਇੱਕ ਫਾਇਦਾ ਹੁੰਦਾ ਹੈ, ਉਹਦੇ ਨਾਲ ਨਾ ਇੱਕ ਸਟੇਟ ਬਣ ਜਾਂਦੀ ਹੈਗੀ ਏ ਬ੍ਰੇਨ ਦੀ। ਬ੍ਰੇਨ ਵਿੱਚ ਜਿਹੜੀਆਂ ਵੇਵਸ ਨੇ, ਜਿਹੜੇ ਇਹ ਜੇ ਦੋਨੋਂ ਆਪਣਾ ਹੈਗੇ ਨੇ ਪਿਨੀਅਲ ਔਰ ਪਿਟਿਊਟਰੀ, ਬ੍ਰੇਨ ਦੇ ਵਿੱਚ ਇਹਦਾ ਜਦੋਂ ਅਸਰ ਜਾਂਦਾ ਤੇ ਬ੍ਰੇਨ ਨਮ ਹੋ ਜਾਂਦਾ, ਫਿਰ ਇਹ ਥਾਟਸ ਨਹੀਂ ਆਉਣ ਦਿੰਦਾ। ਸੋ ਜੇ ਤੁਹਾਨੂੰ ਮਤਲਬ ਬਗੈਰ ਬਰੀਦਿੰਗ ਤੋਂ ਹੀ ਹੋ ਰਿਹਾ ਤੇ ਬਹੁਤ ਅੱਛਾ ਹੈ, ਲੇਕਿਨ ਜੇ ਤੁਸੀਂ ਬਰੀਦਿੰਗ ਦੇ ਨਾਲ ਟਰਾਈ ਕਰੋ ਤਾਂ ਹੋ ਸਕਦਾ ਇਸ ਤੋਂ ਵੀ ਅੱਛਾ ਹੋ ਜਾਏ। ਬਰੀਦਿੰਗ ਦੇ ਨਾਲ ਬਹੁਤ ਫਰਕ ਪੈਂਦਾ ਹੈ। ਤੁਸੀਂ ਦੇਖੋ, ਤੁਸੀਂ ਬਰੀਦਿੰਗ ਕਰਕੇ ਆਮ ਵੀ ਤੁਸੀਂ ਪ੍ਰਾਣਾਯਾਮਾ ਕਰਕੇ ਤੁਸੀਂ ਬੈਠੋ ਤੇ ਤੁਹਾਡਾ ਉੱਥੇ ਹੀ ਅੱਖਾਂ ਬੰਦ ਹੋ ਜਾਂਦੀਆਂ। ਯੂ ਗੋ ਟੂ ਸੱਚ ਰੈਸਟ ਕਿ ਤੁਹਾਡਾ ਮਨ ਕਰਦਾ ਮੈਂ ਤਾਂ ਥੋੜੀ ਦੇਰ ਬੈਠੇ ਰਹਾਂ। ਸੋ ਉਹਦੇ ਨਾਲ ਕੀ ਹੈ ਕਿ ਜਦੋਂ ਤੁਹਾਡੀ ਸੁਰਤੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਅੰਦਰ ਤਬਦੀਲੀਆਂ ਆਉਂਦੀਆਂ। ਫਿਰ ਤੁਹਾਡੇ ਉਹ ਜਿਹੜੀਆਂ ਐਨਰਜੀ ਬਲੌਕਸ ਨੇ, ਜਿਨ੍ਹਾਂ ਨੂੰ ਚੱਕਰਾਂ ਦਾ ਨਾਂ ਦਿੰਦੇ ਨੇ, ਕਬੀਰ ਨੇ ਤੇ ਕਿਹਾ ਨਾ ਉਲਟੀ ਗੰਗ ਜੰਮਣ ਵੀ ਲਾਵੇ,
ਸੋ ਉਹ ਕਬੀਰ ਨੇ ਤੇ ਇਹਦੇ ਬਾਰੇ ਕਾਫੀ ਲਿਖਿਆ। ਸੋ these are certain blocks ਜਿਨ੍ਹਾਂ ਨੂੰ ਕੋ ਚੱਕਰਾ ਕਹਿੰਦੇ ਹੈਗੇ ਨੇ, ਔਰ ਉਹ ਬਿਲਕੁਲ ਠੀਕ ਹੈਗਾ ਵੈਸੇ, ਪਰ ਸਾਨੂੰ ਉਹਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਅਸੀਂ ਸਿੰਪਲ ਤਰੀਕੇ ਨਾਲ ਹੀ ਉਹ ਕਰ ਸਕਦੇ ਹੈਗੇ। ਸੋ ਮੇਨਲੀ ਇਹ ਕਿ ਜੇ ਤੁਸੀਂ ਬਰੀਥਿੰਗ ਨੂੰ ਥੋੜਾ ਰੈਗੂਲਰ ਰੱਖੋਗੇ, ਬੈਠਣ ਤੋਂ ਪਹਿਲਾਂ ਵੀ ਥੋੜੀ ਬਰੀਥਿੰਗ ਜ਼ਰੂਰ ਕਰ ਲਓ, ਬੈਠਣ ਤੋਂ ਪਹਿਲਾਂ ਜ਼ਰੂਰ ਬਰੀਥਿੰਗ ਕਰੋ, ਔਰ ਉਹਦੇ ਵਿੱਚ ਜੇ ਤੇ ਤੁਹਾਡਾ ਮਨ ਲੱਗ ਰਿਹਾ ਤੇ ਬੜੀ ਅੱਛੀ ਗੱਲ ਹੈ। ਤੇ ਜੇ ਮਨ ਜਿਹੜਾ ਇੱਧਰ ਉੱਧਰ ਵਿਚਾਰ ਆਉਂਦੇ ਨੇ ਤੇ ਫਿਰ ਤੁਸੀਂ ਇਹ ਬਰੀਥਿੰਗ ਦਾ ਸਹਾਰਾ ਲਵੋ। ਠੀਕ ਹੈ, ਬਰੀਥਿੰਗ ਦਾ ਸਿਰਫ ਇਹ ਨਹੀਂ ਕਿ ਤੁਹਾਡੇ ਵਿਚਾਰ ਬੰਦ ਹੋਣਗੇ, ਬਰੀਥਿੰਗ ਦੇ ਨਾਲ ਤੁਹਾਡੇ ਜਿਹੜਾ ਉਹ ਨਰਵਸ ਸਿਸਟਮ ਹੈ ਉਹ ਰਿਲੈਕਸ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਔਰ ਸ਼ਾਂਤ ਹੋਣ ਨਾਲ ਤੁਸੀਂ ਬੜੀ ਜਲਦੀ ਤੁਹਾਡੀ ਸੁਰਤੀ ਜੁੜ ਜਾਂਦੀ ਹੈ। ਸੋ ਪ੍ਰਾਣਾ ਦਾ ਜਿਹੜਾ ਰੋਲ ਹੈ ਉਹ ਬੜਾ ਜ਼ਰੂਰੀ ਹੈ ਵੈਸੇ, ਪਰ ਜਿਸ ਤਰੀਕੇ ਨਾਲ ਤੁਹਾਨੂੰ ਠੀਕ ਲੱਗੇ, ਕਿਉਂਕਿ ਹਰ ਆਦਮੀ ਨੂੰ ਜੋ ਸਹੂਲਤ ਹੁੰਦੀ ਹੈ ਉਹੀ ਉਹਨੂੰ ਅਪੀਲ ਕਰਦਾ ਹੈ, ਹਰ ਇੱਕ ਨੂੰ ਹਰ ਤਰੀਕਾ ਅਪੀਲ ਨਹੀਂ ਕਰਦਾ ਹੈ। ਹਾਂਜੀ, ਮੈਂ ਉਹੀ ਸੋਚ ਰਹੀ ਸੀ ਕਿ ਮੈਨੂੰ ਜੋ ਇੱਕ ਸ਼ਬਦ ਯਾਦ ਆ ਰਿਹਾ ਸੀ, ਜਿਸ ਤਰ੍ਹਾਂ ਹੈਗਾ ਨਾ, ਸਵਾਸ ਸਵਾਸ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰੇ ਚਿੰਤ, ਰਾਈਟ? ਸੋ ਉਹਦੇ ਵਿੱਚ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਮਤਲਬ ਹੁਣੇ ਬਰੀਥਿੰਗ ਦੀ ਤੁਸੀਂ ਗੱਲ ਜਦੋਂ ਕਰ ਰਹੇ ਸੀ ਤੇ ਉਹ ਸ਼ਬਦ ਮੇਰੇ ਮਨ ਵਿੱਚ ਆਇਆ, ਬਿਕੋਜ਼ maybe there is a reason, ਕਿਉਂਕਿ I don't know if ਮੈਂ ਪੂਰਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਦਾ ਵੇ, ਉੱਥੇ ਬਰੀਥਿੰਗ ਬਾਰੇ ਕਿੰਨੀ ਵਾਰੀ ਸਟ੍ਰੈਸ ਹੋਇਆ ਵੇ, ਰਾਈਟ? ਬਟ ਇਹ ਸ਼ਬਦ ਵਿੱਚ ਸਵਾਸਾਂ ਬਾਰੇ ਜ਼ਰੂਰ ਹੋਇਆ ਵੇ ਕਿ ਸਵਾਸ ਹਰ ਇੱਕ ਬ੍ਰੈਥ ਨਾਲ ਤੁਸੀਂ ਸਿਮਰੋ ਨਾ। ਸੋ it is kind of connected, but I'm sure there are more that can be connected this way. ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਕਿ ਜਦੋਂ ਤੁਹਾਡੀ ਬ੍ਰੈਥ ਸ਼ਾਂਤੀ ਵਿੱਚ, ਜਾਂ ਤੁਹਾਡਾ ਮਨ ਜਾਂ ਤੁਹਾਡਾ ਬੋਡੀ ਦਾ ਵੀ ਫੋਕਸ ਹੁੰਦਾ ਸਵਾਸ, ਉਹ ਜੋ ਦੋਨੋਂ ਇਕੱਠੇ ਆ ਸਵਾਸਾਂ ਵਿੱਚ ਹੀ ਤੁਸੀਂ ਜੇ ਪੁਰੋਨਾ ਲੱਪੋ, ਮਤਲਬ if you go in that rhythm, I think it will help to focus ਕਿ ਤੁਹਾਡਾ ਮਨ ਦੀ ਜੋ ਭਟਕਣਾ ਹੈਗੀ ਹੈ ਉਹ ਸ਼ਾਇਦ ਰੁਕ ਜਾਵੇ ਕਿਥੇ, ਕਿੰਨੇ ਟਾਈਮ ਰੁਕੇਗੀ ਉਹ ਤੇ ਪ੍ਰੈਕਟਿਸ ਨਾਲ ਹੋਣਾ ਵੇ, ਬਟ ਇਟਸ ਪੋਸੀਬਲ। ਬਿਲਕੁਲ ਬਿਲਕੁਲ ਬਿਲਕੁਲ, ਬਿਕਾਜ਼ ਫਿਰ ਤੁਸੀਂ ਕਿਤੇ ਹੋਰ ਤੁਸੀਂ ਗੁਆਚੋਗੇ ਨਹੀਂ ਨਾ, ਬਿਕਾਜ਼ ਤੁਸੀਂ ਹੁਣ ਤੁਹਾਡਾ ਫੋਕਸ ਇੱਕ ਹੋ ਗਿਆ। ਫੋਕਸ ਇਲਾਵਾ ਵੀ ਉਹਦੇ ਨਾਲ ਜਿਹੜੀ ਤੁਹਾਡੀ એનર્ਜੀ ਹੈ ਉਹ ਜਿਸ ਲੈਵਲ ਦੇ, ਕਿਉਂਕਿ ਜਿਹੜਾ ਮਤਲਬ ਜੇ ਤੁਸੀਂ ਹਾਰਟ ਤੇ ਕਨਸੈਂਟਰੇਟ ਕਰ ਰਹੇ ਹੋ ਤੇ ਹਾਰਟ ਇਜ਼ ਸੈਂਟਰ ਆਫ ਇਮੋਸ਼ਨ, ਸੈਂਟਰ ਆਫ ਹਿਰਦਾ, ਜਿਹੜਾ ਕਹਿੰਦੇ ਨੇ ਪਰਮਾਤਮਾ ਹਿਰਦੇ ਚ ਵਸਦਾ ਹੈ। ਸੋ ਹਾਰਟ ਇਜ਼ ਸੈਂਟਰ ਆਫ ਇਮੋਸ਼ਨ, ਔਰ ਜੇ ਤੁਸੀਂ ਉੱਪਰਲੇ ਪਾਸੇ ਲੈ ਕੇ ਜਾਂਦੇ ਹੈਗੇ ਹੋ ਤੇ ਉਹਦੇ ਵਿੱਚ ਤੇ ਜਿਹੜਾ ਹੈਗਾ ਵੇ ਉਹ ਤੁਸੀਂ ਫਿਰ ਬ੍ਰਹਮਾਂਡ ਦੇ ਨਾਲ ਜੁੜ ਜਾਂਦੇ ਹੋ। ਪਰ ਜਿਹੜਾ ਕਿਸੇ ਨੂੰ ਸੂਟ ਕਰੇ, ਲੇਕਿਨ ਜਦੋਂ ਤੁਸੀਂ ਬ੍ਰੈਥ ਦੇ ਨਾਲ ਕਰਦੇ ਹੋ ਤੇ ਤੁਹਾਡੀ એનર્ਜੀ ਸ਼ਾਂਤ ਹੋ ਜਾਂਦੀ, ਸ਼ਾਂਤ એનર્ਜੀ ਜਦੋਂ ਤੁਸੀਂ ਕਰੋਗੇ ਤੁਹਾਡੀ ਸੁਰਤ ਲੱਗ ਜਾਏ, ਸਿਰਫ ਇਹ ਹੁੰਦਾ ਹੈਗਾ। ਜੀ ਮੈਨੂੰ ਇੱਕ ਕੁਐਸਚਨ ਸੀਗਾ ਜੀ। ਹਾਂਜੀ, ਤੁਸੀਂ ਕਿਹਾ ਕਿ ਸਾਹ ਜਦੋਂ ਅੰਦਰ ਲਓ ਤੇ ਉੱਪਰ ਨੂੰ ਲੈ ਕੇ ਜਾਓ ਤੇ ਜਦੋਂ ਕੱਢੋ ਤੇ ਥੱਲੇ ਨੂੰ ਲੈ ਕੇ ਜਾਓ। ਸੋ ਮੈਂ ਦੇਖ ਰਹੀ ਹਾਂ ਕਿ ਜਦੋਂ ਮੈਂ ਵੀ ਬਰੀਥਿੰਗ ਨਾਲ ਬਿਲਕੁਲ ਨਹੀਂ ਮੇਰਾ ਹੋ ਰਿਹਾ ਕੁਝ ਵੀ, ਪਰ ਜੇਕਰ ਮੈਂ ਕਰਾਂ ਕਿ ਜਦੋਂ ਸਾਹ ਲਵਾਂ ਤੇ ਉੱਪਰ ਜਾਏ ਤੇ ਜਦੋਂ ਛੱਡਾਂ ਤੇ ਥੱਲੇ ਜਾਏ, ਤੇ ਫਿਰ ਮੈਂ ਤੇ ਉਹਦੇ ਨਾਲ ਕੁਝ ਵੀ ਨਹੀਂ ਕਰ ਸਕਦੀ। ਆਈ ਥਿੰਕ ਮੈਂ ਤੇ ਸਿਰਫ ਸਵਾਸ ਤੇ ਹੀ ਫੋਕਸ ਕਰਾਂਗੀ। ਮੇਰਾ ਖਿਆਲ ਕਿ ਮੈਂ ਕੁਝ ਹੋਰ ਕਰ ਸਕਾਂਗੀ ਨਾਲ। ਮੇਰਾ ਖਿਆਲ ਹੈ ਸਮਝਣ ਚ ਮੈਂ ਤੁਹਾਨੂੰ ਹੁਣ ਸਮਝਾ ਦਿੰਦੀ ਹਾਂ, ਸਮਝਣ ਥੋੜਾ। ਹਾਂਜੀ ਪਲੀਜ਼। ਜਾਂ ਤੇ ਤੁਸੀਂ ਸਾਹ ਨੀਚੇ ਵਾਲੀ ਲੈਣਾ ਜਾਂ ਉੱਤੇ ਵਾਲਾ ਲੈਣਾ, ਦੋਨੋਂ ਪਾਸੇ ਨਹੀਂ ਲੈਣਾ। ਅੱਛਾ, ਦੋਵੇਂ ਪਾਸੇ ਨਹੀਂ ਨਹੀਂ, ਇੱਕ ਪਾਸੇ ਜਿੱਧਰ ਤੁਹਾਨੂੰ ਸੂਟ ਕਰ। ਜੇ ਤੁਸੀਂ ਨੀਚੇ ਵੱਲ ਲਿਆ ਰਹੇ ਹੋ ਤੇ ਹਿਰਦੇ ਤੇ ਜੁੜੇਗਾ, ਠੀਕ ਹੈ ਨਾ, ਕਹਿੰਦੇ ਨੇ ਉੱਥੇ ਪਰਮਾਤਮਾ ਦਾ ਵਾਸ ਹੈ, ਠੀਕ ਹੈ, ਉੱਥੇ ਪ੍ਰਕਾਸ਼ ਹੈ, ਠੀਕ ਹੈ। ਜੇ ਤੁਸੀਂ ਉੱਤੇ ਲਿਜਾ ਰਹੇ ਹੋ ਤੇ ਉੱਤੇ ਜਿਹੜਾ ਹੈਗਾ ਤੁਹਾਡਾ ਬ੍ਰਹਮਾਂਡ ਦੇ ਨਾਲ ਜੁੜੇਗਾ। ਸੋ ਜਿੱਥੇ ਤੁਹਾਨੂੰ ਆਸਾਨੀ ਹੈ ਤੁਸੀਂ ਉੱਥੇ ਜੋੜੋ, ਲੇਕਿਨ ਲਿਜਾਣਾ ਇੱਕ ਪਾਸੇ, ਦੋ ਪਾਸੇ ਨਹੀਂ। ਪਰ ਇਨਹੇਲ ਵਿੱਚ ਵੀ ਇੱਕੋ ਪਾਸੇ ਤੇ ਐਕਸੇਲ ਵਿੱਚ ਵੀ ਉਸ ਪਾਸੇ। ਯੈਸ, ਤੁਸੀਂ ਤੁਹਾਡਾ ਧਿਆਨ ਉੱਤੇ, ਐਕਸੇਲ ਆਪੇ ਹੋਏਗਾ। ਜਦੋਂ ਇਨਹੇਲ ਹੋਏਗਾ, ਜਦੋਂ ਇਨਹੇਲ ਹੋਏਗਾ ਨਾ, ਉਦੋਂ ਹੀ ਉੱਪਰ ਜਾਏਗਾ ਜਾਂ ਨੀਚੇ ਜਾਏਗਾ। ਐਕਸੇਲ ਤੇ ਆਪਣੇ ਆਪ ਹੀ ਹੋ ਜਾਏਗਾ, ਪਰ ਐਕਸੇਲ ਵਿੱਚ ਉੱਪਰ ਜਿੱਥੇ ਤੁਸੀਂ ਫਿਕਸ ਕਰੋਗੇ ਉੱਥੇ ਰਹਿ ਜਾਂਦਾ। ਦੋਨੋਂ ਬਟ ਆਈ ਵਾਸ ਥਿੰਕਿੰਗ ਭੈਣ ਜੀ ਕਿ ਜਿਸ ਤਰ੍ਹਾਂ ਡੋਲੀ ਭੈਣ ਜੀ ਪੁੱਛ ਰਹੇ ਨੇ ਕੁਐਸਚਨ, ਜਿਸ ਤਰ੍ਹਾਂ ਤੁਸੀਂ ਹੁਣ ਜੇ ਸੰਗਤ ਟਰਾਈ ਕਰੇ, ਰਾਈਟ, ਜਿਸ ਤਰ੍ਹਾਂ ਤੁਸੀਂ ਖਾਲੀ ਵਾਹਿਗੁਰੂ ਬੋਲੋ, ਸੋਚੋ ਤੁਸੀਂ ਵਾਹਿਗੁਰੂ ਸ਼ਬਦ ਨਾਲ ਜੁੜਨਾ ਹੈਗਾ ਵਾ, ਤੇ ਤੁਸੀਂ ਇਹਨੂੰ ਤੁਸੀਂ ਜਿਸ ਤਰ੍ਹਾਂ
ਵਾਹੇ ਬੋਲੋ ਨਾ ਤੇ ਤੁਸੀਂ ਪਹਿਲੇ ਤੁਸੀਂ ਇਨਹੇਲ ਕਰੋ ਵਾਹੇ, ਫਿਰ ਗੁਰੂ ਬੋਲੋਗੇ ਤੇ ਤੁਸੀਂ ਫਿਰ ਐਕਸੇਲ ਕਰੋ। ਸੋ ਵੈਨ ਯੂ ਡੂ ਇਨ ਦੈਟ ਰਿਦਮ, ਫਿਰ ਤੁਹਾਨੂੰ ਲੱਗੇਗਾ ਕਿ ਤੁਸੀਂ ਇੱਕ ਤੁਹਾਡਾ ਇੱਕ ਮਿਊਜ਼ਿਕ ਬਣ ਗਿਆ ਵਾ, ਯੂ نو ਕਿ ਤੁਸੀਂ ਜਦੋਂ ਰੈਪੀਟੇਟਿਵਲੀ ਬੋਲੋਗੇ ਫਿਰ ਉਹ ਇਨਹੇਲ ਐਕਸੇਲ ਆਟੋਮੈਟਿਕ ਹੋਏਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਵੈਰੀ ਟਰੂ, ਵੈਰੀ ਐਂਡ ਟਰੂ। ਇਟ ਰੀਅਲੀ ਵਰਕ ਭੈਣ ਜੀ, ਮੇਰੇ ਵਾਸਤੇ ਇਹ ਬਹੁਤ ਵਰਕ ਕਰਦਾ ਹੈ ਕਿ when you inhale in ਵਾਹੇ ਕਰੋ ਤੇ ਜਦੋਂ ਐਕਸੇਲ ਕਰੋ ਤੇ ਗੁਰੂ ਕਹੋ, ਤੇ ਤੁਹਾਨੂੰ ਕੋਈ ਫਿਕਰ ਵੀ ਚਿੰਤਾ ਹੋਏ ਨਾ, ਤੁਹਾਡਾ ਉਧਰ ਧਿਆਨ ਹੀ ਨਹੀਂ ਜਾਂਦਾ ਤੇ ਤੁਹਾਡੀ ਸੂਰਤ ਜੁੜ ਜਾਂਦੀ ਹੈ। ਮੈਂ ਬੜੀ ਵਾਰੀ ਇਹ ਟਰਾਈ ਕੀਤਾ ਹੈ, ਜਦੋਂ ਵੀ ਕੋਈ ਪਰੇਸ਼ਾਨੀ ਹੋਏ ਦਿਮਾਗ ਦੇ ਵਿੱਚ ਜਾਂ ਵੈਸੇ ਹੀ ਤੁਸੀਂ ਮਤਲਬ ਵਾਹਿਗੁਰੂ ਤੇ ਫੋਕਸ ਕਰਨਾ ਚਾਹੋ ਤੇ ਇਟ ਰੀਅਲੀ ਵਰਕਸ। ਸੋ ਓਕੇ, ਹਾਂਜੀ ਸਿਰਫ ਕਲੈਰੀਫਾਈ ਕਰਨਾ ਚਾਹੁੰਦੀ ਸਾਂ। ਸੋ ਜਦੋਂ ਜਸਟ ਵਨ ਟਾਈਮ ਉਹ ਮੈਂ ਬਿਲਕੁਲ ਠੀਕ ਲੱਗਾ ਮੈਨੂੰ ਵੀ ਸਾਰੀ ਸੰਗਤ ਜੋ ਕਹਿ ਰਹੀ ਨਾ ਇਨਹੇਲ ਕਰੋ ਤੇ ਵਾਹੇ ਤੇ ਐਕਸੇਲ ਵੇਲੇ ਗੁਰੂ, ਪਰ ਫਿਰ ਜਦੋਂ ਤੁਸੀਂ, ਮੈਂ ਇੱਕ ਚੀਜ਼ ਜਸਟ ਕਲੈਰੀਫਾਈ ਕਰਨੀ, ਸੋ ਜਦੋਂ ਆਪਾਂ ਇਨਹੇਲ ਕਰੀਏ, if I am focusing on taking it up to the brain part or whatever higher part, then exhale ਵੇਲੇ ਵੀ ਮੇਰਾ ਫੋਕਸ ਉੱਥੇ ਹੀ ਰਵੇ। ਠੀਕ ਹੈ ਜੀ, ਬਿਲਕੁਲ ਦੋ ਪਾਸੇ ਨਹੀਂ ਕਰਨਾ, ਬਿਲਕੁਲ ਦੋ ਪਾਸੇ ਨਹੀਂ ਕਰਨਾ, ਜਿੱਥੇ ਤੁਹਾਨੂੰ ਸੂਟ ਕਰੇ ਉਧਰ ਕਰੋ। ਫੋਕਸ ਵਾਹੇ ਤੇ ਗੁਰੂ ਤੇ ਕਰੋ ਨਾ ਤੁਸੀਂ, ਵੀ ਇਨਹੇਲ ਕਰੋ ਨਾਲ, ਪਰ ਫੋਕਸ ਵਾਹੇ ਗੁਰੂ ਦੇ ਨਾਲ ਤੁਹਾਡਾ ਆਪ ਹੀ ਜੁੜੇਗਾ। ਠੀਕ ਹੈ, ਠੀਕ ਹੈ ਜੀ। ਮੈਨੂੰ ਯਾਦ ਹੈ ਇੱਕ ਵਾਰੀ ਮੈਨੂੰ ਇਹ ਜਦੋਂ ਸ਼ੁਰੂ ਚ ਕੋਵਿਡ ਸ਼ੁਰੂ ਹੋਈ ਸੀ ਨਾ, ਤੇ ਇੰਨਾ ਫਿਕਰ ਲੱਗਦਾ ਸੀ, ਕਦੀ ਸੁਪ੍ਰੀਤ ਨੂੰ ਆ ਜਾਂਦਾ ਸੀ ਜਦੋਂ ਕੋਵਿਡ ਦਾ ਕੇਸ, ਤੇ ਉਸ ਦਿਨ ਮੈਨੂੰ ਨੀਂਦ ਨਹੀਂ ਆਉਂਦੀ ਸੀ ਇੰਨੀ। ਤੇ ਇਹ ਵਾਲਾ ਜਿਹੜਾ ਤਰੀਕਾ ਹੈ ਹੇਵਰਡ ਗੁਰਦੁਆਰੇ ਚ ਇੱਕ ਭਾਈ ਸਾਹਿਬ ਕਰਾਉਂਦੇ ਸੀ, ਸੋ ਸਮਹਾਉ ਮੈਨੂੰ ਉਦੋਂ ਉਹਨਾਂ ਦਾ ਮੈਥਡ, ਯੂ نو ਸੱਚ ਹੀ ਬੋਲ ਰਹੀ ਹਾਂ ਮੈਂ, ਕਿ ਮੈਨੂੰ ਇੰਨਾ ਨਹੀਂ ਸੀ ਲੱਗਦਾ। ਪਰ ਫਿਰ ਇੱਕ ਦਿਨ ਮੈਂ ਦੇਖਿਆ ਕਿ ਜਦੋਂ ਮੈਨੂੰ ਪੂਰੀ ਨੀਂਦ ਨਹੀਂ ਆ ਰਹੀ ਸੀ ਤੇ ਮੈਂ ਇਹ ਵਾਲਾ ਟਰਾਈ ਕੀਤਾ ਤੇ ਇਟ ਰੀਅਲੀ ਵਰਕਡ ਫॉर ਮੀ। ਫਿਰ ਉਸ ਤੋਂ ਮੈਂ ਬਾਅਦ ਦੇਖਿਆ ਕਿ ਮੈਂ ਜਦੋਂ ਵੀ ਇਸ ਤਰ੍ਹਾਂ ਕੁਝ ਗੱਲ ਹੋਏ ਜਾਂ ਵੈਸੇ ਵੀ ਅਦਰਵਾਈਜ਼ ਵੀ ਵਾਹਿਗੁਰੂ ਸਿਮਰਨ ਕਰਨਾ ਹੋਏ ਤੇ ਇਨਹੇਲ ਇਨ ਐਂਡ ਇਨਹੇਲ ਆਊਟ, ਤੇ ਧਿਆਨ ਸਿਰਫ ਵਾਹਿਗੁਰੂ, ਮਤਲਬ ਜਿਸ ਤਰ੍ਹਾਂ ਭੈਣ ਜੀ ਦੱਸ ਰਿਹਾ ਕਿ ਹਾਰਟ ਦੇ ਉੱਤੇ ਜਾਂ ਬ੍ਰੇਨ ਤੇ ਫੋਕਸ ਕਰੋ, ਮੈਂ ਉਹਦੇ ਤੇ ਨਹੀਂ ਕਰਦੀ, ਮੈਂ ਸਿਰਫ ਵਾਹਿ ਤੇ ਗੁਰੂ ਦੇ ਉੱਤੇ ਕਰਦੀ ਹਾਂ। ਤੇ ਬਰੀਦ ਇਨ ਕਰੋਗੇ ਤੇ ਤੁਹਾਡਾ ਧਿਆਨ ਹੀ ਉਧਰ ਜਾਏਗਾ ਨਾ, ਬਿਕੋਜ਼ ਯੂ ਹੈਵ ਟੂ ਬਰੀਦ ਇਨ, ਮਤਲਬ ਵਾਹੇ ਅੰਦਰ ਲੈ ਕੇ ਜਾਣਾ ਵਾਹੇ ਨੂੰ, ਤੇ ਗੁਰੂ ਤੁਸੀਂ ਮਤਲਬ ਐਕਸੇਲ ਕਰਨਾ ਹੈ। ਸੋ ਫਿਰ ਧਿਆਨ ਉੱਥੇ ਹੀ ਰਹਿੰਦਾ ਹੈ। ਸੋ ਜਿਹੜਾ ਤੁਹਾਨੂੰ ਆਸਾਨ ਲੱਗੇ ਨਾ ਮੈਥਡ, ਉਹ ਠੀਕ ਹੈ, ਕਿਉਂਕਿ ਸਾਰੇ ਮੈਥਡ ਠੀਕ ਹੈਗੇ, ਠੀਕ ਹੈ, ਸਾਰਿਆਂ ਵਾਸਤੇ ਵੱਖਰੀ ਚੀਜ਼, ਸਾਰਿਆਂ ਵਾਸਤੇ ਜੋ ਸੂਟ ਕਰੇ। ਇਸ ਵਾਸਤੇ ਨਾ ਕੋਈ ਹਾਰਡ ਫਾਸਟ ਲਾਈਨਸ ਨਹੀਂ ਹੈਗੀਆਂ, ਕਿਉਂਕਿ ਹਰ ਇੱਕ ਦਾ ਜਿਹੜਾ ਨੇਚਰ ਆਪਣੇ ਹੁੰਦੀ ਹੈ। ਜਿਸ ਤਰ੍ਹਾਂ ਤੁਹਾਨੂੰ ਆਸਾਨੀ ਲੱਗੇ ਨਾ, ਜਿਸ ਤਰ੍ਹਾਂ ਤੁਸੀਂ ਸਮਝ ਜੁੜ ਜਾਣਾ, ਤੁਸੀਂ ਉਸ ਤਰ੍ਹਾਂ ਕਰੋ, ਠੀਕ ਹੈ। ਤੁਸੀਂ ਬ੍ਰੈਥ ਨੂੰ ਦੇਖੋ ਕਿਸ ਤਰ੍ਹਾਂ ਤੁਸੀਂ ਜੁੜਦੇ ਹੋ। ਕਈ ਵਾਰੀ ਮਤਲਬ ਕਈ ਵਾਰੀ ਤੇ ਤੁਸੀਂ ਵਾਹਿ ਕਹਿੰਦੇ ਹੋ ਤੇ ਹਾਰਟ ਤੇ ਲਿਆ ਕੇ ਗੁਰੂ ਕਹਿੰਦੇ ਹੋ, ਤੇ ਮਤਲਬ ਉਹ ਵੀ ਠੀਕ ਹੈ। ਔਰ ਜੇ ਤੁਸੀਂ ਵੈਸੇ ਮਤਲਬ ਵਾਹਿਗੁਰੂ ਉਹਦੇ ਸਾਹਸ ਨਾਲ ਵੀ ਕਹਿ ਰਹੇ ਉਹ ਵੀ ਠੀਕ ਹੈ। ਔਰ ਜੇ ਤੁਸੀਂ ਉਤਲੇ ਪਾਸੇ ਜਾ ਰਹੇ ਹੋ, ਮਤਲਬ ਸਭ ਕੁਝ ਠੀਕ ਹੈ, ਜੋ ਤੁਹਾਨੂੰ ਮਤਲਬ ਸੂਟ ਕਰੇ। ਜੋ ਕਈ ਵਾਰੀ ਹੁੰਦਾ ਕਿ ਉਹਦੇ ਤੇ ਤੁਹਾਡਾ ਜਿਹੜਾ ਨਾ ਟਿਕਦਾ ਨਹੀਂ ਹੈਗਾ ਧਿਆਨ, ਜਿਹਦੇ ਤੁਹਾਡਾ ਧਿਆਨ ਟਿਕੇ ਸਾਰੇ ਮੈਥਡ ਠੀਕ ਨੇ, ਕੋਈ ਵੀ ਗਲਤ ਨਹੀਂ ਹੈ। ਜਿਸ ਤਰ੍ਹਾਂ ਸਾਸ ਸਿਮਰੋ ਗੋਬਿੰਦ, ਯੂ نو ਮਤਲਬ ਉਹੀ ਹੋ ਗਿਆ ਨਾ, ਇਨਹੇਲ ਕਰ ਰਹੇ ਹੋ ਤੇ ਤੁਸੀਂ ਵਾਹਿਗੁਰੂ ਦਾ ਨਾਮ ਲੈ ਰਹੇ ਹੋ। ਹਾਂ ਬਿਲਕੁਲ ਬਿਲਕੁਲ। ਥੈਂਕ ਯੂ ਜੀ, ਥੈਂਕ ਯੂ। ਇੱਕ ਹੋਰ ਚੀਜ਼ ਮਨ ਵਿੱਚ ਆ ਰਹੀ ਸੀ ਹੁਣੇ ਕਿ this is probably the best way to bring ਸਹਿਜ in your life। ਜੋ ਸਹਿਜ ਦੀ ਅਵਸਥਾ ਹੁੰਦੀ ਹੈ ਨਾ, ਕਿ ਤੁਹਾਨੂੰ ਸ਼ਾਂਤੀ ਹੈਗੀ ਹੈ ਜਾਂ ਤੁਸੀਂ ਕਿਤੇ ਭਟਕ ਰਹੇ ਨਹੀਂ ਹੋ, ਜਦੋਂ ਤੁਸੀਂ ਅੱਖਾਂ ਬੰਦ ਕਰੋਗੇ ਨਾ while doing ਵਾਹਿਗੁਰੂ with the breath, ਫਿਰ ਤੁਹਾਨੂੰ ਲੱਗੇਗਾ ਕਿ ਤੁਸੀਂ ਟਰਾਈ ਕਰ ਰਹੇ ਹੋ ਕਿ ਤੁਸੀਂ ਅੰਦਰ ਦੇਖ ਰਹੇ ਹੋ ਆਪਣੇ, ਤੁਸੀਂ ਬਾਹਰ ਨਹੀਂ ਦੇਖ ਰਹੇ। So this is another way of focusing on the Shabad, not paying much attention to your breath or anything, but just ਕਿ ਜੋ ਤੁਸੀਂ ਸ਼ਬਦ ਜੋ ਤੁਹਾਡੀ ਰਸਨਾ ਬੋਲ ਰਹੀ ਹੈ, ਜਾਂ ਤੁਸੀਂ ਭਾਵੇਂ ਉੱਚੀ ਬੋਲ ਰਹੇ ਹੋ, ਭਾਵੇਂ ਹੌਲੀ ਬੋਲ ਰਹੇ ਹੋ, ਭਾਵੇਂ ਅੰਦਰ ਬੋਲ ਰਹੇ ਹੋ, ਇਹ ਜੋ ਸਿਮਰਨ ਦੀਆਂ ਜੋ ਡਿਫਰੈਂਟ ਸਟੇਜਸ ਨੇ, ਇਹ ਜਦੋਂ ਉਹ ਸਹਿਜ ਆ ਜਾਂਦਾ ਵਾ ਤੇ ਫਿਰ ਉਹਦਾ ਰਸ ਤੁਹਾਨੂੰ ਫਿਰ
you will not even remember ਕਿ ਤੁਸੀਂ focus ਕਿੱਥੇ ਕਰਨਾ ਤੇ ਕੀ ਹੈਗਾ ਵਾ. It will automatically happen. ठीक है, बिल्कुल ठीक है, राइट. ਜੇ ਤੁਹਾਡੀ ਸੁਰਤੀ ਲੱਗਣੀ ਸ਼ੁਰੂ ਹੋ ਗਈ ਹੈ ਨਾ, ਫਿਰ ਡੋਂਟ ਬੋਦਰ ਅਬਾਊਟ ਦਾ ਬ੍ਰੈਥ. ਬਟ ਸ਼ੁਰੂ ਟੂ ਹੈਲਪ, ਤੁਸੀਂ ਮੇਰੇ ਡਿਪੈਂਡਸ ਔਨ ਯੂ. ਤੁਸੀਂ ਸਾਰਾ ਲੈ ਸਕਦੇ ਹੋ ਬ੍ਰੈਥ ਦਾ, ਔਰ ਬ੍ਰੈਥ ਹੈਲਪਸ ਆਲਸੋ. ਐਂਡ ਜੇ ਤੁਹਾਡਾ ਮਤਲਬ ਜਿਹੜਾ ਤੁਹਾਨੂੰ ਆਸਾਨ ਤਰੀਕਾ ਲੱਗੇ ਉਹੀ ਅਡੋਪਟ ਕਰ ਸਕਦੇ ਹੋ. ਸਾਰੇ ਤਰੀਕੇ ਠੀਕ ਨੇ, ਕੋਈ ਵੀ ਗਲਤ ਨਹੀਂ, ਸਾਰੇ ਤਰੀਕੇ ਠੀਕ ਹੈ. ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਤੁਹਾਡਾ ਜਦੋਂ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ, ਸੁਰਤੀ ਜੁੜਦੀ ਇਸ ਲੈਵਲ ਤੱਕ ਚਲੀ ਜਾਂਦੀ ਹੈਗੀ ਹੈ, ਫਿਰ ਹੌਲੀ ਹੌਲੀ ਤੁਹਾਨੂੰ ਕੁਝ ਐਕਸਪੀਰੀਅੰਸ ਹੋਣੇ ਸ਼ੁਰੂ ਹੁੰਦੇ ਨੇ. ਉਹ ਐਕਸਪੀਰੀਅੰਸ ਜਿਹੜੇ ਨੇ ਉਹ ਤੁਹਾਨੂੰ ਡੀਪਰ ਹੋਰ ਲੈ ਜਾਂਦੇ ਨੇ, ਔਰ ਡੀਪਰ ਜਾਂਦੇ ਉਹਦੇ ਚ ਫਿਰ ਬੜਾ ਇੰਟਰਸਟਿੰਗ ਬਣ ਜਾਂਦਾ. ਔਰ ਹਰ ਇੱਕ ਨੂੰ ਐਕਸਪੀਰੀਅੰਸ ਜਿਹੜੇ ਨੇ ਵੱਖਰੇ ਹੋਣਗੇ, ਆਪਣੇ ਹੋਣਗੇ, ਬਟ ਉਹਦੇ ਵਿੱਚ ਜਿਹੜਾ ਉਹ ਇੱਕ ਪ੍ਰੋਗਰੈਸ ਦੀ ਨਿਸ਼ਾਨੀ ਹੈ ਕਿ ਯੈਸ, ਕਿ ਮੈਂ ਨਾਓ ਆਮ ਦਾ ਰਾਈਟ ਪਾਥ. ਸੋ ਉਹ ਵੀ ਹੋ ਸਕਦਾ ਕਈਆਂ ਨੂੰ ਹੁੰਦੇ ਹੋਣ, ਜਾਂ ਨਹੀਂ ਤੇ ਕੋਈ ਗੱਲ ਨਹੀਂ, ਫਿਰ ਹੋਣੇ ਸ਼ੁਰੂ ਹੋ ਜਾਂਦੇ ਹੈਗੇ. ਜਦੋਂ ਤੱਕ ਸੁਰਤੀ ਲੱਗਣੀ ਸ਼ੁਰੂ ਹੋ ਜਾਂਦੀ, ਐਕਸਪੀਰੀਅੰਸ ਜਿਹੜੇ ਸ਼ੁਰੂ ਹੋ ਜਾਂਦੇ ਹੈਗੇ. ਸੋ ਮਤਲਬ ਤੇ ਪਰਪਸ ਇਹ ਵੇ ਕਿ એનર્ਜੀ ਬਲੌਕ ਜਿਹੜੇ ਨੇ ਉਹ ਤੁਹਾਡੇ ਅੰਦਰੋਂ ਉਦੋਂ ਖੁੱਲਦੇ ਨੇ ਜਦੋਂ ਤੁਹਾਡੀ ਸੁਰਤੀ ਜੁੜਦੀ. ਉਹ ਬਲੌਕ ਜਿਹੜੇ ਨੇ ਖੋਲਣ ਵਾਸਤੇ ਤੁਸੀਂ ਕੋਈ ਵੀ ਤਰੀਕਾ ਅਡਾਪਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਆਸਾਨ ਲੱਗੇ. ਹੋਰ ਕੋਈ ਸਵਾਲ ਹੋਏ ਤਾਂ ਦੱਸੋ, ਬਾਕੀ ਮੇਰਾ ਖਿਆਲ ਹੈ ਅਸੀਂ ਕਾਫੀ ਟਾਈਮ ਲੈ ਲਿਆ. ਦੇਖੋ ਇਹਦੇ ਨਾਲ ਲੱਗਦਾ ਤਾਂ ਐਸਾ ਸਭ ਕੁਝ ਵੱਖਰਾ, ਪਰ ਸੁਰਤੀ ਜੁੜਨ ਦੇ ਨਾਲ ਕੀ ਹੋਏਗਾ, ਤੁਹਾਡੇ ਅੰਦਰ ਚੇਂਜਿਸ ਆਣਗੇ. ਉਹ ਜਿਹੜੇ ਵਿਕਾਰ ਨੇ ਤੁਹਾਡੇ ਫਾਈਟ ਕਰਨ ਨਾਲ ਵੀ ਨਿਕਲ ਨਹੀਂ ਜਾਂਦੇ ਸਕਦੇ, ਉਹ ਆਪਣੇ ਆਪ ਨਿਕਲਦੇ ਜਾਂਦੇ ਹੈਗੇ ਨੇ. ਫਿਰ ਤੁਹਾਡੇ ਜੁੜਨ ਦੇ ਨਾਲ ਇੱਕ ਆਨੰਦ ਦੀ ਅਵਸਥਾ ਆ ਜਾਂਦੀ, ਇੱਕ ਸਹਿਜ ਦੀ ਅਵਸਥਾ ਆ ਜਾਂਦੀ. ਉਹ ਆਨੰਦ ਦੀ ਅਵਸਥਾ ਜਿਹੜੀ ਹੈ ਤੁਹਾਨੂੰ ਦੂਸਰੀਆਂ ਦੁਨਿਆਵੀ ਜਿਹੜੇ ਰਸ ਨੇ ਉਹਨਾਂ ਨਾਲੋਂ ਨਾ ਰਾਮ ਰਸ ਪਿਆਰੇ, ਇਹ ਰਸ ਵਿਸਰ ਗਏ ਰਸ ਹੋਰ, ਉਹ ਫਿਰ ਤੁਹਾਨੂੰ ਇਹਦੇ ਚ ਇੰਨਾ ਰਸ ਆਉਣਾ ਸ਼ੁਰੂ ਹੋ ਜਾਂਦਾ ਕਿ ਬਾਕੀ ਚੀਜ਼ਾਂ ਜਿਹੜੀਆਂ ਨੇ ਉਹਦੇ ਮੁਕਾਬਲੇ ਤੇ ਉਹ ਫਿੱਕੀਆਂ ਲੱਗਣ ਲੱਗ ਜਾਂਦੀਆਂ ਹੈ. ਸੋ ਆਈ ਥਿੰਕ ਫॉर ਟੁਡੇ ਇਜ਼ ਇਨਫ. ਐਂਡ ਹੋਰ ਕੋਈ ਕਿਸੇ ਦਾ ਮੈਂ ਤਾਂ ਪੁੱਛ ਲਓ, ਨਹੀਂ ਤੇ ਫਿਰ ਮੇਰਾ ਖਿਆਲ ਅਸੀਂ ਉਹ ਪਾਣੇ ਆ. ਠੀਕ ਹੈ ਡੋਲੀ ਜੀ, ਫਿਰ ਠੀਕ ਹੈ ਜੀ, ਅਰਦਾਸ ਕਰ ਦਿੰਦੇ. ਠੀਕ ਹੈ. ਸਤਨਾਮ ਸ਼੍ਰੀ ਵਾਹਿਗੁਰੂ ਜੀਓ. ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ. ਸ਼੍ਰੀ ਭਗਵਤੀ ਜੀ ਸਹਾਇ. ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ. ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ. ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ. श्री हरकृष्ण त्याइए जिस डिठे सब दुख जाए, तेग बहादुर सिमरिए कर नाउ निदावे ताए सब थाई उन्हें जिसाए. 10वें पातशाह श्री गुरु गोबिंद सिंह जी महाराज सब थाई उन्हें जिसाए. 10 पातशाह दे आत्मक स्वरूप श्री गुरु ग्रंथ साहिब जी दे पाठ दर्शन दीदार दा ध्यान करके बोलना जी वाहिगुरू. ये अकाल पुरख वाहिगुरू जी आप जी दा कोटान कोटान शुकराना है दातार पिता जी. आप जी ने अपार किरपालता की अपने बच्चों को संगति तौर पर इकट्ठा किया. सच्चे पातशाह वाहिगुरू जीओ, आप जी दे नाल जुड़न दियां जुगतियां दे बारे च आप जी ने विचार करवाई. सच्चे पिता वाहिगुरू जी, अरदास बेनती है सारी संगत में, जो जो संगत दी जिस विधि दे नाल जुगती जुग सुरती जुड़ सकती है. सच्चे पिता वाहिगुरू जीओ, ओही जुगत उन्हां दे जिंदगी च आप जी लैके आओ, ताकि सारे आप जी दे नाल अपनी सुरती जोड़ सकन. सच्चे पिता वाहिगुरू जी, मेहर भरिया किरपा भरिया हाथ सारियां दे सिर ते रखो. सारे दियां मन दियां आसां कि आप दे चरना कमरां नाल साडी प्रीत बन जाए, आप जी दी संगत नाल साडी प्रीत बन जाए, आप जी दे शब्दां नाल सानू प्रीत बन जाए. बख्शो जी सच्चे पिता वाहिगुरू जी, आप जी दा कोटान कोटान शुकराना है. दातार पिता जी, आप जी दे हजूर अरदास बेनती, सरबत साध संगत दे सिर ते मेहर भरिया हाथ रखो. सारियां नू सेहत दान बख्शो, सारियां दे परिवारां विच सुख शांति वरताओ. सच्चे पिता वाहिगुरू जी, अरदास बेनती है जगत जलंदा रख लै अपनी किरपा ताल, चित द्वारे उभरे तिथे लियो बान.
महामारी तो सारे संसार दे सिर ते दाता पिता जीओ बख्शिशां करो, दुखां कलेशां दा नाश करो। सच्चे पिता वाहिगुरु जीओ किसान परिवारां दे अंग संग सहाई होवो, ਉਹਨਾਂ ਨੂੰ ਆਪਣੇ ਕਾਰਜਾਂ ਵਿੱਚ ਸਫਲਤਾ ਬਖਸ਼ੋ। ਸੱਚੇ ਪਿਤਾ ਵਾਹਿਗੁਰੂ ਜੀ, ਉਹ ਬੁਰਿਆਂ ਕੰਮਾਂ ਪਾਪਾਂ ਖਿਆਲਾਂ ਤੇ ਸਾਨੂੰ ਸਾਰਿਆਂ ਨੂੰ ਆਪਣੇ ਹੱਥ ਦੇ ਕੇ ਬਚਾਣਾ ਜੀ। ਸੋਈ ਕੰਮ ਕਰਾਵਨੇ ਜੋ ਆਪ ਜੀ ਦੇ ਮਨ ਨੂੰ ਪਾਵਨ। ਇਹ ਦਾਤਾਰ ਪਿਤਾ ਜੀਓ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਨ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सो निहाल, ਸਤਿ ਸ੍ਰੀ ਅਕਾਲ। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। सॉरी भैन जी, मैं आज टाइम से अटेंड नहीं कर सकी। ਕੋਈ ਗੱਲ ਨਹੀਂ, ਤੁਸੀਂ ਦੇਖ ਲੈਣ, ਰਿਕਾਰਡਿੰਗ ਦੇਖ ਲੈਣ। हाँ जी, मैं रिकॉर्डिंग देखा। हाँ जी, हाँ जी। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਭ ਨੇ ਬੜੇ ਧਿਆਨ ਨਾਲ ਸੁਣਿਆ, ਔਰ ਪਰਮਾਤਮਾ ਸਭ ਨੂੰ ਇੰਨੀ ਸ਼ਕਤੀ ਦੇਵੇ ਕਿ ਸਾਰੇ ਉਹਦੇ ਨਾਲ ਜੁੜ ਸਕਣ। Thank you, Ji. Thank you, Benji. Thank you. Thank you, Thank you, Ji.